ਸੰਗਤ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 28 ਤੇ ਹੇਠਲਾ ਪੈਰਾ। ਸ਼੍ਰੀ ਰਾਗ ਮਹਿਲਾ ਤੀਜਾ। ਹਰ ਭਗਤਾਂ ਹਰ ਤਨ ਰਾਸ ਹੈ, ਗੁਰ ਪੂਛ ਕਰੈ ਵੀ ਵਾਪਾਰ। ਹਰ ਨਾਮ ਸਲਾਹਨ ਸਦਾ ਸਦਾ, ਵਖਰ ਹਰ ਨਾਮ ਆਧਾਰ। ਗੁਰ ਪੂਰੈ ਹਰ ਨਾਮ ਦਿਰੜਾਇਆ, ਹਰ ਭਗਤਾਂ ਅਤੁੱਟ ਭੰਡਾਰ। ਹਰ ਭਗਤਾਂ ਹਰ ਧਨ ਰਾਸ ਹੈ। ਹਰੀ ਦੇ ਜਿਹੜੇ ਭਗਤ ਨੇ ਉਹ ਹਰੀ ਧਨ, ਨਾਮ ਧਨ ਜੋ ਹੈ ਉਹਦੀ ਪੂੰਜੀ ਹੁੰਦੀ ਹੈ, ਰਾਸ ਪੂੰਜੀ, ਰਾਸ਼ੀ ਜਿਹਨੂੰ ਕਹਿੰਦੇ ਹੁੰਦੀ ਹੈ। ਹਰੀ ਦੇ ਭਗਤਾਂ ਲਈ ਹਰੀ ਦਾ ਜਿਹੜਾ ਨਾਮ ਹੈ ਨਾ, ਇਹੀ ਅਸਲ 'ਚ ਧਨ ਹੈ, ਇਹੀ ਅਸਲ 'ਚ ਪੂੰਜੀ ਹੈ। ਕਿਉਂਕਿ ਗੁਰਪੂਛ ਕਰੈ ਵਾਪਾਰ, ਕਿ ਉਹ ਗੁਰੂ ਨੂੰ ਪੁੱਛ ਕੇ ਇਸ ਨਾਮ ਦਾ ਵਪਾਰ ਕਰਦੇ ਹਨ। ਫਿਰ ਗੁਰੂ ਨੂੰ ਪੁੱਛਦੇ ਨੇ, ਗੁਰੂ ਮਹਾਰਾਜ ਕੇ ਭਾਈ ਨਾਮ ਦਾ ਵਪਾਰ ਕਰੋ। ਫਿਰ ਉਹ ਨਾਮ ਦਾ ਵਪਾਰ ਕਰਦੇ ਨੇ। ਫਿਰ ਉਹਨਾਂ ਕੋਲ ਨਾਮ ਧਨ ਹੁੰਦਾ ਹੈ। ਅਸਲ ਇਹੀ ਉਹਨਾਂ ਦੀ ਪੂੰਜੀ ਹੈ। ਹਰ ਨਾਮ ਸਲਾਹਣ ਸਦਾ ਸਦਾ, ਉਹ ਹਮੇਸ਼ਾ ਹੀ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਦੇ ਹਨ। ਭਾਵ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ। ਵਖਰ ਹਰ ਨਾਮ ਆਧਾਰ, ਵਖਰ ਮਨੇ ਸੌਦਾ। ਹਰੀ ਦੇ ਨਾਮ ਦਾ ਜਿਹੜਾ ਸੌਦਾ ਹੈ ਉਹ ਉਹਨਾਂ ਦੇ ਜੀਵਨ ਦਾ ਆਧਾਰ ਹੈ। ਹਰ ਇੱਕ ਚੀਜ਼ ਦਾ ਆਧਾਰ ਹੁੰਦਾ ਹੈ। ਜਿਵੇਂ ਇਸ ਸਰੀਰ ਦਾ ਆਧਾਰ ਅੰਨ, ਪਾਣੀ ਅਤੇ ਹਵਾ ਹੈ। ਇਹ ਤਿੰਨ ਚੀਜ਼ਾਂ ਤੋਂ ਬਿਨਾਂ ਸਰੀਰ ਨਹੀਂ ਚੱਲ ਸਕਦਾ। ਇਸ ਤਰ੍ਹਾਂ ਜਿਹੜੇ ਭਗਤ ਨੇ ਉਹਨਾਂ ਦੇ ਜੀਵਨ ਦਾ ਆਧਾਰ ਪਰਮਾਤਮਾ ਦਾ ਨਾਮ ਹੈ। ਉਹ ਨਾਮ ਤੋਂ ਬਿਨਾਂ ਨਹੀਂ ਰਹਿ ਸਕਦੇ। ਜਿਵੇਂ ਆਪਾਂ ਰੋਟੀ ਤੋਂ, ਪਾਣੀ ਤੋਂ ਅਤੇ ਹਵਾ ਤੋਂ ਬਿਨਾਂ ਨਹੀਂ ਰਹਿ ਸਕਦੇ, ਉਹ ਨਾਮ ਤੋਂ ਬਿਨਾਂ ਨਹੀਂ ਰਹਿ ਸਕਦੇ। ਇਹ ਉਹਨਾਂ ਦਾ ਸੌਦਾ ਹੈ। ਗੁਰ ਪੂਰੈ ਹਰ ਨਾਮ ਦਿਰੜਾਇਆ, ਹਰ ਭਗਤਾਂ ਅਤੁੱਟ ਭੰਡਾਰ। ਪੂਰੇ ਗੁਰੂ ਰਾਹੀਂ ਉਹਨਾਂ ਨੇ ਹਰੀ ਦੇ ਨਾਮ ਨੂੰ ਆਪਣੇ ਅੰਦਰ ਦ੍ਰਿੜ ਕਰ ਲਿਆ, ਪੱਕਾ ਕਰ ਲਿਆ। ਹਰ ਭਗਤਾਂ ਅਤੁੱਟ ਭੰਡਾਰ। ਹਰੀ ਦੇ ਭਗਤਾਂ ਕੋਲੇ ਪਰਮਾਤਮਾ ਦੇ ਨਾਮ ਦਾ ਜਿਹੜਾ ਭੰਡਾਰ ਨਾ ਉਹ ਅਤੁੱਟ ਹੈ, ਉਹ ਅਮੁੱਕ ਹੈ, ਉਹ ਕਦੇ ਮੁੱਕਣ ਵਾਲਾ ਹੀ ਨਹੀਂ ਹੈ। ਸੰਸਾਰਿਕ ਧਨ ਅਸੀਂ ਜੇ ਵੰਡਦੇ ਰਹੀਏ ਤਾਂ ਮੁੱਕ ਜਾਂਦਾ ਹੈ। ਨਾਮ ਧਨ ਜਿੰਨਾ ਵੰਡੀਏ ਉਨਾ ਹੀ ਵੱਧਦਾ ਹੈ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਪਰਮਾਤਮਾ ਦਾ ਨਾਮ ਜਿੰਨਾ ਤੁਸੀਂ ਅੱਗੇ ਵੰਡੋਗੇ, ਭਾਵ ਦੂਜਾ ਤੋਂ ਜਪਵਾਓਗੇ, ਉਨਾ ਹੀ ਵਧੇਗਾ। ਇਸ ਲਈ ਇਹ ਜਿਹੜਾ ਨਾਮ ਧਨ ਹੈ, ਇਹਦਾ ਜਿਹੜਾ ਭੰਡਾਰਾ ਹੈ, ਇਹ ਅਤੁੱਟ ਹੈ, ਇਹ ਅਮੁੱਕ ਹੈ, ਇਹ ਖਤਮ ਹੋਣ ਵਾਲਾ ਨਹੀਂ। ਜਿਵੇਂ ਯਾਰ ਕਹਿੰਦੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ, ਵੀ ਗੁਰੂ ਦਾ ਲੰਗਰ ਲਗਾਤਾਰ ਵਰਤਦਾ ਰਹਿਣਾ, ਇਹ ਮੁੱਕਣਾ ਨਹੀਂ ਹੈ। ਕਿਉਂਕਿ ਗੁਰੂ ਕਾ ਲੰਗਰ ਹੈ। ਸਾਡਾ ਤੁਹਾਡਾ ਲੰਗਰ ਮੁੱਕ ਜਾਏਗਾ, ਗੁਰੂ ਦਾ ਲੰਗਰ ਨਹੀਂ ਮੁੱਕਿਆ ਕਰਦਾ। ਇਸ ਲੇਖ ਕਦੇ ਵੀ ਨਹੀਂ ਕਹਿੰਦਾ ਫਲਾਣੇ ਦਾ ਲੰਗਰ, ਇਹ ਕਹਿੰਦਾ ਗੁਰੂ ਕਾ ਲੰਗਰ ਹੈ ਜੀ। ਭਾਵੇਂ ਤੁਹਾਡੇ ਘਰ ਹੀ ਸੰਗਤ ਆਈ ਹੈ, ਤੁਸੀਂ ਹੀ ਉਹਨਾਂ ਨੂੰ ਸੱਦਿਆ, ਲੰਗਰ ਵੀ ਤੁਸੀਂ ਹੀ ਤਿਆਰ ਕੀਤਾ, ਖਰਚਾ ਵੀ ਤੁਸੀਂ ਹੀ ਕੀਤਾ, ਪਰ ਇਸ ਦੇ ਬਾਵਜੂਦ ਸੰਗਤ ਨੂੰ ਕਹੋ ਸਾਧ ਸੰਗਤ ਜੀ ਬੇਨਤੀ ਹੈ ਗੁਰੂ ਕਾ ਲੰਗਰ ਤਿਆਰ ਹੈ, ਸਾਰਿਆਂ ਨੇ ਲੰਗਰ ਛਕ ਕੇ ਜਾਣਾ। ਕਦੇ ਵੀ ਸਿੱਖ ਇਹ ਨਹੀਂ ਕਹਿੰਦਾ ਮੇਰੇ ਵੱਲੋਂ ਲੰਗਰ ਤਿਆਰ ਹੈ ਜੀ ਛਕ ਕੇ ਜਾਣਾ। ਗੁਰੂ ਕਾ ਲੰਗਰ ਹੈ।
ਇਸ ਲਈ ਫਿਰ ਜੇ ਵਾਕਈ ਸੱਚੇ ਦਿਲੋਂ ਕਹਿੰਦਾ ਫਿਰ ਗੁਰੂ ਮਹਾਰਾਜ ਦੇ ਵਿੱਚ ਬਰਕਤ ਪਾ ਦਿੰਦੇ ਨੇ, ਬਰਕਤ ਪਾ ਦਿੰਦੇ। ਗੁਰੂ ਮਹਾਰਾਜ ਚਾਹਣ 1 ਕਿਲੋ ਦਾਲ 100 ਬੰਦਿਆਂ ਨੂੰ ਖਵਾ ਸਕਦੇ ਨੇ, ਹੁਣ ਮਰਜ਼ੀ ਉਹਨਾਂ ਦੀ, ਇਸ ਦੀ ਗਵਾਹੀ ਹੈ। ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਨਵੇਂ ਆਏ, ਅਜੇ ਬਿਲਡਿੰਗਾਂ ਕੋਈ ਨਹੀਂ ਸਭ ਬਣੀਆਂ, ਥੋੜ੍ਹਾ ਬਹੁਤਾ ਜਿਹੜੇ ਕਰਮਚਾਰੀ ਹੁੰਦੇ ਸਨ ਜਾਂ ਸਾਥੀ ਉਹਨਾਂ ਲਈ ਲੰਗਰ ਬਣਾ ਲਿਆ ਕਦੇ। ਕਿਤੇ ਮਰਗ ਤੇ ਜਾ ਰਹੇ ਸਨ ਲੋਕ, 100-150 ਬੰਦੇ। ਉਹਨਾਂ ਕਿਹਾ ਚੱਲ ਯਾਰ ਜਾਂਦੇ ਲੇਟ ਹੋ ਜਾਣਾ, ਇੱਥੇ ਲੰਗਰ ਛਕਦੇ ਜਾਣਾ ਡੇਰੇ। ਆ ਗਏ ਜੀ, ਉੱਥੇ ਪੰਗਤਾਂ ਬਣਾ ਕੇ ਬਹਿ ਗਏ। ਸੰਤ ਕਿਸ਼ਨ ਸਿੰਘ ਮਹਾਰਾਜ ਦੀ ਡਿਊਟੀ ਸੀ, ਉਹ ਗਏ ਸੰਤ ਈਸ਼ਰ ਸਿੰਘ ਮਹਾਰਾਜ ਵੱਲ, ਕਹਿੰਦੇ ਮਹਾਰਾਜ ਜੀ ਉੱਥੇ ਤਾਂ 150 ਬੰਦਾ ਆ ਗਿਆ, ਉਹਨਾਂ ਤਾਂ ਇਹ ਵੀ ਨਹੀਂ ਪੁੱਛਿਆ ਲੰਗਰ ਮਿਲੇਗਾ ਕਿ ਨਹੀਂ, ਉਹ ਤਾਂ ਪੰਗਤਾਂ ਬਣਾ ਕੇ ਬਹਿ ਗਏ। ਕਹਿੰਦੇ ਆਪਣੇ ਕੋਲ ਕੀ ਹੈ ਇਸ ਵੇਲੇ? ਕਹਿੰਦੇ ਜੀ ਕਿਲੋ ਕੁ ਦੇ ਗਏ, ਬਸ ਹੋਰ ਤਾਂ ਕੁਛ ਨਹੀਂ ਹੈ। ਕਹਿੰਦੇ ਐਂ ਕਰੀ, ਤੂੰ ਉਸ ਦੇ ਉੱਤੇ ਨਾ ਕੱਪੜਾ ਪਾ ਲੈ, ਤੂੰ ਉਹਨੂੰ ਵੇਖੀ ਨਾ ਦੇਖ ਨੂੰ ਵੀ ਬਾਕੀ ਕਿੰਨੀ ਕੁ ਰਹਿ ਗਈ। ਉਹਨਾਂ ਬਈ ਗੁਰੂ ਪਿਆਰੋ, ਰੋਟੀਆਂ ਤਾਂ ਤੁਸੀਂ ਰੋਜ਼ ਹੀ ਖਾਂਦੇ ਹੋ, ਅੱਜ ਤੁਹਾਨੂੰ ਦੇਗ ਨਾ ਰਜਾਨੇ ਵੀ ਰੱਜ ਕੇ ਖਾ ਲਓ। ਕਹਿੰਦੇ ਲੱਪ ਭਰ ਕੇ ਪਾਈ ਜਾਵੇਂ ਉਹਨਾਂ ਦੇ ਭੁੰਨਿਆ ਚ, ਕੱਪੜਾ ਚੱਕ ਕੇ ਨਾ ਵੇਖੀ, ਗੁਰੂ ਮਹਾਰਾਜ ਭਲੇ ਕਰਨਗੇ। ਉਹ ਵਰਤਾਈ ਗਿਆ, 150 ਬੰਦੇ ਨੂੰ ਦੇਗ ਨਾਲ ਰਜਾ ਦਿੱਤਾ। ਜਦੋਂ ਸਾਰੇ ਉੱਠ ਕੇ ਚਲੇ ਗਏ, ਕੱਪੜਾ ਚੱਕ ਕੇ ਵੇਖਿਆ ਜਿੰਨੀ ਦੇਗ ਸ਼ੁਰੂ ਸੀ ਉਨੀ ਅਜੇ ਵੀ ਪਈ ਹੈ, ਉਨੀ ਅਜੇ ਵੀ ਪਈ। ਇਸ ਲਈ ਗੁਰੂ ਮਹਾਰਾਜ ਚਾਹਨ ਇਹ ਥੋੜ੍ਹੇ ਨੂੰ ਵੀ ਬਹੁਤਾ ਕਰ ਸਕਦੇ ਹਨ। ਆਮ ਆਦਮੀ ਲਈ ਬੜੀ ਅਜੀਬ ਹੈ, ਪਰ ਧਾਰਮਿਕ ਬੰਦੇ ਲਈ ਗੱਲਾਂ ਅਜੀਬ ਨਹੀਂ ਹੁੰਦੀਆਂ। ਆਮ ਆਦਮੀ ਮੰਨ ਹੀ ਨਹੀਂ ਸਕਦਾ ਵੀ ਹੈ ਐਡਾ ਵੱਡਾ ਮੰਦਰ ਕਿਵੇਂ ਘੁਮਾਇਆ ਜਾ ਸਕਦਾ ਹੈ। ਪਰ ਜਿਹੜਾ ਧਾਰਮਿਕ ਬੰਦਾ, ਭਾਵੇਂ ਉਹਨੇ ਇੱਥੇ ਜਾ ਕੇ ਨਹੀਂ ਵੀ ਵੇਖਿਆ ਨਾਮਦੇਵ ਦਾ ਮੰਦਰ, ਉਹ ਪ੍ਰਵਾਨ ਕਰਦੇ ਇਸ ਗੱਲ ਵੀ ਨਾਮਦੇਵ ਜੀ ਨੇ ਘੁਮਾਤਾ ਹੋਣਾ, ਉਹ ਸ਼ੰਕਾ ਨਹੀਂ ਕਰਦਾ। ਮੈਂ ਆਪ 3 ਵਾਰ ਜਾ ਕੇ ਵੇਖਿਆ, ਵਾਕਈ ਘੁੰਮਿਆ ਹੋਇਆ ਹੈ। ਇਸ ਲਈ ਗੁਰੂ ਨਾਨਕ ਜੇ ਮੱਕਾ ਘੁਮਾਤਾ, ਵਾਕਈ ਘੁਮਾਤਾ ਹੋਣਾ, ਡਾਊਟ ਵਾਲੀ ਕੋਈ ਗੱਲ ਨਹੀਂ ਹੈਗੀ। ਸਿਰਫ ਇੰਨਾ ਹੈ ਕਿ ਜਿੱਧਰ ਮੱਕੇ ਦਾ ਮੂੰਹ ਸੀ ਉਹਨੂੰ ਉੱਧਰ ਹੀ ਰਹਿਣ ਦਿੱਤਾ, ਕਿਤੇ ਦੂਜੇ ਪਾਸੇ ਨੂੰ ਕਰ ਦਿੰਦਾ, ਫਿਰ ਸ਼ੰਕਾ ਹੀ ਨਹੀਂ ਸੀ ਰਹਿਣਾ, ਫਿਰ ਕੋਈ ਸ਼ੰਕਾ ਨਹੀਂ। ਆਪ ਉੱਥੋਂ ਦੇ ਪੁਜਾਰੀ ਜਦੋਂ ਇੰਟਰੋਡਕਸ਼ਨ ਦਿੰਦੇ ਨੇ, ਸਾਰਾ ਦੱਸਦੇ ਨੇ, ਆਪ ਦੱਸਦੇ ਨੇ ਸੰਗਤ ਨੂੰ ਕਿ ਦੇਖੋ ਜੀ ਜਿਹੜੀ ਖੇਲ ਹੁੰਦੀ ਹੈ ਪੈਰ ਧੋਣ ਵਾਲੀ, ਇਹ ਹਮੇਸ਼ਾ ਗੁਰਦੁਆਰੇ ਦੇ ਸਾਹਮਣੇ ਜਾਂ ਮੰਦਰ ਦੇ ਸਾਹਮਣੇ ਹੁੰਦੀ ਹੈ ਨਾ, ਜਿੱਧਰ ਗੇਟ ਹੁੰਦਾ। ਹਾਂ, ਕਹਿੰਦੇ ਦੇਖੋ ਮੰਦਰ ਦਾ ਮੂੰਹ ਪਰਲੇ ਪਾਸੇ ਹੈ, ਇਹ ਖੇਲ ਇੱਧਰ ਬਣੀ ਹੋਈ ਹੈ। ਇਹ ਉਦੋਂ ਦੀ ਇਹੀ ਹੈ ਜਦੋਂ ਦਾ ਮੰਦਰ ਬਣਿਆ ਹੋਇਆ, ਇਹ ਸਬੂਤ ਵਜੋਂ ਰੱਖੀ ਹੋਈ ਹੈ ਕਿ ਦੇਖੋ ਵਾਕਈ ਘੁੰਮਿਆ ਹੋਇਆ ਹੈ। ਮੈਂ ਦੇਖਿਆ ਵੀ ਹਰ ਘਰ ਨੀਹਾਂ ਹੋਣਗੀਆਂ, ਇਹ ਨੀਹਾਂ ਸਮੇਤ ਕਿਵੇਂ ਘੁੰਮ ਗਿਆ ਵੀ? ਹੁੰਦੇ ਨਾ, ਹਰ ਘਰ ਸੰਸਾਰੀ ਵਿੱਦਿਆ ਮੈਂ ਪੜ੍ਹਿਆ ਹੋਇਆ ਹਾਂ। ਮੈਂ ਧਿਆਨ ਨਾਲ ਵੇਖਿਆ ਵੀ ਉਹਦਾ ਵੱਡੀ ਸਾਰੀ ਪਹਾੜੀ ਨੂੰ ਕੱਟ ਕੇ ਉਹਦੇ ਮੰਦਰ ਬਣਾਇਆ ਹੋਇਆ ਹੈ। ਉਹ ਵਾਕਈ ਵਿਰਲ ਹੈ। ਮੈਂ ਵਿੱਚ ਉਂਗਲ ਪਾਈ ਹੇਠਾਂ ਧਰਤੀ ਦੇ ਮੰਦਰ, ਮੇਰੀ ਉਂਗਲ ਅੰਦਰ ਚਲੀ ਗਈ। ਮੈਂ ਹਾਂ ਇਹ ਵਾਕਈ ਘੁਮਾਤਾ ਯਾਰ, ਸਾਰੀ ਦੀ ਸਾਰੀ ਪਹਾੜੀ ਹੀ ਘੁਮਾਤੀ ਅਗਲੇ ਨੇ। ਧਰਮ ਦੇ ਵਿੱਚ ਬਹੁਤ ਕੁਝ ਸੰਭਵ ਹੈ ਜਿਹੜਾ ਕਿ ਆਮ ਲੋਕਾਂ ਨੂੰ ਅਸੰਭਵ ਲੱਗਦਾ ਹੈ। ਗੁਰੂ ਮਹਾਰਾਜ ਦਾ ਪੰਜਾ ਅੱਜ ਤੱਕ ਵੀ ਪੱਥਰ 'ਚ ਲੱਗਾ, ਪੰਜਾ ਸਾਹਿਬ ਪੰਜਾ ਲੱਗਾ ਹੋਇਆ, ਨਹੀਂ ਤਾਂ ਪੱਥਰ ਤਾਂ ਸਖਤ ਹੁੰਦਾ, ਉਹਦੇ ਵਿੱਚ ਪੰਜਾ ਖੁੱਭ ਨਹੀਂ ਸਕਦਾ। ਪਰ ਧਰਮ ਕਹਿੰਦਾ ਕਿ ਜਿਹੜੀ ਕੁਦਰਤ ਹੈ ਇਹ ਬ੍ਰਹਮ ਗਿਆਨੀ ਲਈ ਆਪਣਾ ਸੁਭਾਅ ਬਦਲ ਲੈਂਦੀ ਹੈ। ਕੁਦਰਤ ਉਂਝ ਨਹੀਂ ਆਪਣਾ ਸੁਭਾਅ ਬਦਲਦੀ, ਉਹਦਾ ਆਪਣਾ ਸੁਭਾਅ ਹੈ, ਪਰ ਉਹ ਬ੍ਰਹਮ ਗਿਆਨੀ ਲਈ ਆਪਣਾ ਸੁਭਾਅ ਬਦਲ ਲੈਂਦੀ ਹੈ। ਪੱਥਰ ਜਿਹੜਾ ਹੈ
ਬ੍ਰਹਮ ਗਿਆਨੀ ਗੁਰੂ ਨਾਨਕ ਲਈ ਨਰਮ ਹੋ ਗਿਆ ਹੈ ਅਤੇ ਉਹਨਾਂ ਦਾ ਹੱਥ ਵਿੱਚ ਲੱਗ ਗਿਆ ਜਾ। ਇਸ ਲਈ ਸਵਾਮੀ ਰਾਮ ਜੀ ਦਾ ਮੈਂ ਪੜ੍ਹ ਰਿਹਾ ਸੀ ਜੀਵਨ ਨੂੰ, ਉਹ ਕਹਿੰਦੇ ਮੈਂ ਤੇ ਮੇਰਾ ਗੁਰੂ ਸਵਾਮੀ ਕਹਿੰਦੇ ਹੁੰਦੇ ਨੇ, ਉਹ ਕਹਿੰਦੇ ਪਹਾੜ ਜਾ ਰਹੇ ਹਾਂ, ਉੱਤੋਂ ਵੱਡਾ ਸਾਰਾ ਪਹਾੜ ਬਰਸਾਤਾਂ ਦਾ ਮੌਸਮ ਹੋਣ ਕੇ ਰੁੜ ਰਿਹਾ। ਮੈਂ ਸਵਾਮੀ ਜੀ ਰੁਕ ਜਾਓ, ਪਹਾੜ ਰੁੜਿਆ ਆ ਰਿਹਾ। ਉਹਨਾਂ ਪਹਾੜ ਵੱਲ ਕਿਹਾ ਐ ਪਰਬਤ ਰੁਕ ਜਾਓ, ਕਹਿੰਦਾ ਪਹਾੜ ਉੱਥੇ ਰੁਕ ਗਿਆ। ਅਸੀਂ ਲੰਘ ਗਏ, ਜਦੋਂ ਲੰਘ ਗਏ ਕਹਿੰਦੇ ਐ ਪਰਬਤ ਅਗਰ ਤੁਮਨੇ ਗਿਰਨਾ ਗਿਰ ਜਾਓ, ਅਤੇ ਪਹਾੜ ਚੜਮ ਕਰਕੇ ਡਿੱਗ ਪਿਆ। ਸਰਕਾਰ ਲੱਗੀ ਰਹੀ ਰਾਹ ਸਾਫ਼ ਕਰਨ, ਬੁਲਡੋਜ਼ਰ ਲਿਆ ਕੇ, ਹਾਂਜੀ ਕਿੰਨੇ ਦਿਨ ਬਾਅਦ ਰਾਹ ਸਾਫ਼ ਹੋਇਆ। ਇਸ ਲਈ ਜਿਹੜੀ ਕੁਦਰਤ ਹੈ ਉਹ ਬ੍ਰਹਮ ਗਿਆਨੀ ਲਈ ਆਪਣਾ ਸੁਭਾਅ ਬਦਲ ਲੈਂਦੀ ਹੁੰਦੀ ਹੈ। ਉਹਨੂੰ ਬ੍ਰਹਮ ਗਿਆਨੀ ਦੀ ਗੱਲ ਮੰਨਣੀ ਪੈਂਦੀ ਹੁੰਦੀ ਹੈ। ਨਹੀਂ ਤੇ ਆਮ ਕਦੇ ਲੈ ਐਂ ਕਿਵੇਂ ਰੁਕ ਜੂਗਾ ਰੁੜਦਾ ਹੋਇਆ ਪਹਾੜ। ਧਾਰਮਿਕ ਬੰਦੇ ਨੂੰ ਵਿਸ਼ਵਾਸ ਹੁੰਦਾ, ਸੰਸਾਰੀ ਬੰਦਾ ਡਾਊਟ ਕਰਦਾ ਰਹਿੰਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਹਰ ਭਗਤਾਂ ਅਤੁੱਟ ਭੰਡਾਰ। ਹਰੀ ਦੇ ਭਗਤਾਂ ਕੋਲ ਜਿਹੜਾ ਨਾਮ ਧਨ ਹੁੰਦਾ ਨਾ, ਇਹਦਾ ਭੰਡਾਰਾ ਤੇ ਅਮੁੱਕ ਹੈ, ਇਹ ਮੁੱਕਣ ਵਾਲਾ ਹੀ ਨਹੀਂ ਹੁੰਦਾ। ਭਾਈ ਰੇ ਇਸ ਮਨ ਕੋ ਸਮਝਾਏ, ਹੇ ਭਰਾਵਾ ਆਪਣੇ ਮਨ ਨੂੰ ਸਮਝਾ। ਇਹ ਮਨ ਆਲਸ ਕਿਆ ਕਰੈਂ, ਗੁਰਮੁਖ ਨਾਮ ਧਿਆਏ। ਤੇ ਮਨ ਨੂੰ ਕਹਿ ਵੀ ਹੇ ਮਨਾ ਤੂੰ ਆਲਸ ਕਿਉਂ ਕਰਦਾ? ਜਿਹੜਾ ਗੁਰੂ ਨੇ ਤੈਨੂੰ ਨਾਮ ਦਿੱਤਾ ਉਹ ਨਾਮ ਜਪ, ਉਹ ਨਾਮ ਜਪ। ਆਲਸ ਕਿਉਂ ਕਰਦਾ? ਕਿਤੇ ਮਤਲਬ ਸਾਨੂੰ ਆਲਸ ਛੱਡਣ ਨੂੰ ਕਿਹਾ ਬਾਣੀ ਨੇ। ਜਿਹਨੇ ਭਗਤੀ ਕਰਨੀ ਹੈ ਉਹਨੇ ਆਲਸੀ ਨਹੀਂ ਹੋਣਾ, ਕਿ ਉਹਨੂੰ ਵੇਲੇ ਸਿਰ ਉੱਠਣਾ ਪੈਣਾ ਹੈ, ਘੰਟਿਆਂ ਬੱਧੀ ਭਗਤੀ ਕਰਨੀ ਪੈਣੀ ਹੈ। ਇਸ ਲਈ ਸੰਸਾਰੀ ਬੰਦਾ ਆਲਸੀ ਨਹੀਂ ਹੁੰਦਾ। ਹਾਂ, ਉਹਨੂੰ ਕੋਈ ਬਿਮਾਰੀ ਲੱਗ ਜਾਏ, ਉਹਦੇ ਕਾਰਨ ਕੋਈ ਨੁਕਸ ਪੈ ਜਾਏ ਸਰੀਰ 'ਚ, ਉਹ ਗੱਲ ਵੱਖਰੀ ਹੈ। ਜੇ ਮੰਨ ਲਓ ਕਿਸੇ ਆਪਾਂ ਬਿਮਾਰੀ ਸਮੇਂ ਅੰਗਰੇਜ਼ੀ ਦਵਾਈਆਂ ਖਾਧੀਆਂ, ਉਹ ਸਾਈਡ ਇਫੈਕਟ ਹੋ ਗਏ। ਪਹਿਲਾਂ ਬੰਦਾ ਐਕਟਿਵ ਸੀ, ਨੀਂਦ ਉਹਨੂੰ ਨਹੀਂ ਸੀ ਆਇਆ ਕਰਦੀ, ਉਸ ਤੋਂ ਬਾਅਦ ਉਹ ਸੁਸਤ ਹੋ ਗਿਆ, ਉਹਨੂੰ ਨੀਂਦ ਆਉਣ ਲੱਗ ਪਈ। ਹੁਣ ਜੇ ਪਾਠ ਕਰਦੇ ਤਾਂ ਵੀ ਆਉਂਦੀ ਹੈ, ਸਿਮਰਨ ਕਰਦੇ ਤਾਂ ਵੀ ਆਉਂਦੀ ਹੈ। ਇਹ ਨਹੀਂ ਕੋਈ ਪਾਠ ਨਹੀਂ ਕਰਨਾ ਚਾਹੁੰਦਾ ਜਾਂ ਸਿਮਰਨ ਨਹੀਂ ਕਰਨਾ, ਨਹੀਂ, ਉਹ ਹੁਣ ਸਰੀਰ 'ਚ ਨੁਕਸ ਪੈ ਗਿਆ, ਉਹ ਕਿਆ ਕਰੇ ਭਾਈ, ਉਹ ਕੀ ਕਰੇ? ਇੱਕ ਤਾਂ ਹੁੰਦਾ ਜਾਣ ਕੇ ਹਨ ਵੀ ਅਲਾਰਮ ਵੱਜਿਆ, ਮੇਰੇ ਵਰਗੇ ਨੇ ਬੰਦ ਕਰਤਾ, ਬਸ ਉੱਠਦੇ ਹਾਂ, ਉਹ ਉੱਠਦੇ ਹਾਂ, ਇਹਨੇ 'ਚ ਦੁਬਾਰਾ ਨੀਂਦ ਆ ਗਈ, ਚਲੋ ਜੀ, ਫਿਰ ਕਾਫੀ ਸਮਾਂ ਲੰਘ ਜਾਂਦਾ। ਆਲਸ ਨਹੀਂ ਬੰਦਾ ਕਰਦਾ ਕਈ ਵਾਰੀ, ਪਰ ਸਰੀਰ ਦੀ ਕਈ ਵਾਰੀ ਐਸਾ ਹੋ ਜਾਂਦਾ ਹੈ। 3-4 ਬੰਦਿਆਂ ਨੂੰ ਮੈਂ ਮੇਰਾ ਆਪਣਾ ਹੁਣ ਹੋਣ ਲੱਗ ਪਿਆ ਹੈ। ਭਜਨ ਬੰਦਗੀ ਕਰਦਿਆਂ ਹੋਇਆਂ ਇਹ ਕਈ ਵਾਰੀ ਸੁਸਤ ਹੋਣ ਲੱਗ ਜਾਂਦਾ। ਤਾਂ ਮੈਂ ਦੇਖਿਆ ਵੀ ਇਹ ਜਿਹੜੇ ਅੰਗਰੇਜ਼ੀ ਦਵਾਈਆਂ ਨੇ ਵਾਕਈ ਸਾਈਡ ਇਫੈਕਟ ਕੋਈ ਨਾ ਕੋਈ ਕਰਦੀ ਹੈ ਬੰਦੇ 'ਤੇ, ਪਰ ਹੁਣ ਉਹਨਾਂ ਬਿਨਾਂ ਸਰਦਾ ਵੀ ਨਹੀਂ ਹੈ। ਉਂਝ ਮਨ ਨੂੰ ਸਮਝਾਇਆ ਵੀ ਬਹਾਨੇਬਾਜ਼ੀ ਨਹੀਂ ਤੂੰ ਬਣਾਉਣੀ। ਅੱਜ ਹੀ ਠੰਡ ਹੈ ਜੀ, ਅੱਜ ਹੀ ਇਹ ਹੈ ਜੀ, ਇਹ ਬਹਾਨੇਬਾਜ਼ੀ ਹੁੰਦੀ ਹੈ। ਉੱਠ ਪੋ, ਅੱਜ ਕੱਲ੍ਹ ਤਾਂ ਗਰਮ ਪਾਣੀ ਹੁੰਦਾ ਕੋਲ। ਵਿਰਲੇ ਟਾਵੇਂ ਘਰ ਨੇ ਜਿਨ੍ਹਾਂ ਕੋਲ ਵਿਚਾਰਿਆਂ ਕੋਲ ਗਰਮ ਪਾਣੀ ਦਾ ਕੋਈ ਸਿਸਟਮ ਨਹੀਂ ਹੈ। ਉਹ ਚਲੋ ਜੇ ਉਹਨਾਂ ਦੇ ਮੋਟਰ ਲੱਗੀ ਹੈ, ਮੋਟਰ ਚਲਾ ਕੇ ਤਾਜ਼ਾ ਪਾਣੀ ਦੇ ਨਾਲ ਇਸ਼ਨਾਨ ਕਰ ਲੈਂਦੇ ਨੇ। ਬਾਕੀ ਅੱਜ ਕੱਲ੍ਹ ਗੀਜ਼ਰ ਲੱਗੇ ਹੋਏ ਨੇ, ਬੰਦ ਗੁਸਲਖਾਨੇ ਨੇ। ਮਾਨ ਸਾਹਿਬ ਮੇਰੇ ਸਮੇਂ ਐਸਾ ਹੁੰਦਾ ਗੁਸਲਖਾਨੇ ਹੀ ਨਹੀਂ ਸੀ ਹੁੰਦਾ। ਹਾਂ, ਨਲਕਾ ਹੁਣ ਬੀਬੀਆਂ ਨੇ ਜਿਹੜਾ ਹੈ ਮੰਜਾ ਜਿਹਾ ਅੱਗੇ ਗੱਡਾ ਲੈਣਾ, ਵੀ ਉਹਲਾ ਥੋੜ੍ਹਾ ਜਿਹਾ ਕਰ ਲੈਣਾ ਨਹਾਉਣ ਵੇਲੇ, ਬਾਕੀ ਬੰਦੇ ਨਹਾ ਰਹੇ ਨੇ ਉਸੇ ਦਿਨ। ਹਵਾ ਵੀ ਪੈ ਰਹੀ ਹੈ, ਹੋਰ ਕਿਉਂ ਕੁਦਰਤੀ ਸਰੀਰ ਵੀ ਫਿਰ ਉਹ ਜਿਹੇ ਹੀ ਹੋ ਜਾਂਦੇ ਨੇ। ਜਿਉਂ ਜਿਉਂ ਫਿਰ ਸਹੂਲਤਾਂ ਹੋ ਜਾਂਦੀਆਂ, ਫਿਰ ਸਰੀਰ ਸੁੱਖ ਰਹਿਣਾ ਹੋ ਜਾਂਦਾ ਹੈ।
ਮੈਨੂੰ ਯਾਦ ਮੈਂ BA ਤੱਕ ਮੰਜੇ 'ਤੇ ਬੈਠ ਕੇ ਹੀ ਨਹੀਂ ਪੜ੍ਹਿਆ, ਹੇਠਾਂ ਬੋਰੀ ਵਿਛਾ ਕੇ ਬਹਿੰਦਾ ਸੀ ਵੀ ਤਾਂ ਜੋ ਸਰੀਰ ਸੁਸਤ ਨਾ ਹੋਵੇ, ਐਕਟਿਵ ਰਹੇ। ਕੁਦਰਤੀ ਗੱਲ ਹੈ, ਚੁੱਭੇਗਾ ਹੇਠਾਂ। ਹੁਣ ਦੇਖੋ ਬੈੱਡ ਹੈਗਾ, ਬੇਟਾ ਚਲਾਈ ਵਿੱਚ ਹੀ ਹੈ, ਉੱਤੇ ਚਾਦਰ ਹੈ, ਮਗਰ ਸਿਰਹਾਣੇ ਦੀ ਢੋਅ ਲਾ ਰੱਖੀ ਹੈ, ਇਹ ਤਾਂ ਆਰਾਮ 'ਚ ਆਵੇਗਾ ਹੀ ਆਵੇਗਾ, ਸੁਸਤ ਹੋਏਗਾ ਹੀ ਹੋਏਗਾ। ਹਾਂਜੀ, ਸੋ ਇਸ ਲਈ ਇਹ ਸਰੀਰ ਤੋਂ ਜਿੰਨਾ ਕੰਮ ਲਿਆ ਜਾ ਸਕੇ ਇਹ ਲੈਣਾ ਹੈ, ਕਿਉਂਕਿ ਪਤਾ ਕਿਸ ਵੇਲੇ ਕੋਈ ਬਿਮਾਰੀ ਠਮਾਰੀ ਲੱਗ ਜੇ, ਔਲਾ ਕਹਿੰਦਾ ਕੱਲ੍ਹ ਨੂੰ ਕਰਾਂਗੇ, ਪਰਸੋਂ ਨੂੰ ਕਰਾਂਗੇ, ਫਿਰ ਹੋਵੇ ਹੀ ਨਾ। ਇਸ ਲਈ ਜਿੰਨਾ ਸਮਾਂ ਮਿਲਿਆ ਉਹਦਾ ਵੱਧ ਤੋਂ ਵੱਧ ਸਦਉਪਯੋਗ ਕਰਨਾ ਹੈ। ਸੋ ਤਾਂ ਗੁਰੂ ਮਹਾਰਾਜ ਕਹਿੰਦੇ, ਇਹ ਮਨ ਆਲਸ ਕਿਆ ਕਰੇ, ਗੁਰਮੁਖ ਨਾਮ ਤੇ ਆਏ। ਹੇ ਮਨਾ ਤੂੰ ਆਲਸ ਕਿਉਂ ਕਰਦਾ ਹੈ, ਗੁਰਮੁਖ ਨਾਮ ਤੇ ਆਏ, ਗੁਰੂ ਦੇ ਦਿੱਤੇ ਨਾਮ ਨੂੰ ਤੂੰ ਜਪ। ਇਹ ਕਹਿੰਦੇ ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਕਰੇ ਵਿਚਾਰ। ਜੇ ਕੋਈ ਗੁਰਮੁਖ ਵਿਚਾਰ ਕਰੇ ਨਾ ਤੇ ਫਿਰ ਉਹਨੂੰ ਪਤਾ ਲੱਗੇਗਾ ਕਿ ਹਰੀ ਦੀ ਭਗਤੀ ਅਸਲ 'ਚ ਕੀ ਹੈ। ਹਰੀ ਨੂੰ ਪਿਆਰ ਕਰਨਾ, ਹਰੀ ਨੂੰ ਪਿਆਰ ਕਰਨਾ ਹੀ ਹਰੀ ਦੀ ਭਗਤੀ ਹੈ। ਮੈਂ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਪਰ ਮੇਰਾ ਵਾਹਿਗੁਰੂ ਨਾਲ ਪਿਆਰ ਹੀ ਨਹੀਂ ਹੈ। ਮੈਂ ਜਪਜੀ ਸਾਹਿਬ ਪੜ੍ਹਿਆ, ਮੇਰਾ ਗੁਰੂ ਨਾਨਕ ਨਾਲ ਪਿਆਰ ਹੀ ਨਹੀਂ ਹੈ, ਨਹੀਂ ਗੱਲ ਬਣੇਗੀ। ਜਿਸ ਨਾਲ ਸਾਡਾ ਪਿਆਰ ਹੋਵੇ ਉਸੇ ਦੀ ਹੀ ਅਸੀਂ ਗੱਲ ਖੁਸ਼ੀ ਖੁਸ਼ੀ ਮੰਨਦੇ ਹਾਂ। ਜਿਸ ਨਾਲ ਪਿਆਰ ਹੀ ਨਹੀਂ, ਉਹਦੀ ਅਸੀਂ ਗੱਲ ਮੰਨਣ ਨੂੰ ਵੀ ਤਿਆਰ ਨਹੀਂ ਹੁੰਦੇ। ਜਿੱਥੇ ਪਿਆਰ ਹੁੰਦਾ ਹਮੇਸ਼ਾ ਉੱਥੇ ਕੋਸ਼ਿਸ਼ ਹੁੰਦੀ ਹੈ ਮੈਂ ਕੋਈ ਅਜਿਹਾ ਕਰਮ ਨਾ ਕਰਾਂ ਜਿਸ ਨਾਲ ਮੇਰਾ ਪਿਆਰਾ ਹੀ ਨਾਰਾਜ਼ ਹੋ ਜਾਏ। ਉਹ ਹਮੇਸ਼ਾ ਖਿਆਲ ਰੱਖਦਾ ਕਿ ਮੇਰੇ ਤੋਂ ਕੋਈ ਅਜਿਹਾ ਬੋਲ ਨਾ ਬੋਲ ਹੋ ਜਾਏ ਵੀ ਪਿਆਰਾ ਹੀ ਨਾਰਾਜ਼ ਹੋ ਜਾਏ। ਕੋਈ ਮੈਂ ਐਸਾ ਕਰਮ ਨਾ ਕਰਾਂ ਪਿਆਰਾ ਹੀ ਨਾਰਾਜ਼ ਹੋ ਜਾਏ, ਪਿਆਰ ਹੀ ਟੁੱਟ ਜਾਏਗਾ ਫਿਰ। ਇਸ ਲਈ ਹਰੀ ਦੀ ਭਗਤੀ ਅਸਲ ਵਿੱਚ ਹਰੀ ਨੂੰ ਪਿਆਰ ਕਰਨਾ ਹੈ। ਪਾਖੰਡ ਭਗਤ ਨਾ ਹੋਵੇ, ਦੁਬਿਧਾ ਬੋਲ ਖੁਆਰ। ਪਖੰਡ ਕੀਤਿਆਂ ਭਗਤੀ ਨਹੀਂ ਹੁੰਦੀ। ਬਈ ਅੰਦਰੋਂ ਵਿਸ਼ਵਾਸ ਨਹੀਂ ਹੈ, ਬਾਹਰੋਂ ਸ਼ੋਅ ਕਰ ਰਿਹਾ ਹੈ। ਅੰਦਰੋਂ ਧਾਰਮਿਕ ਨਹੀਂ, ਬਾਹਰੋਂ ਧਾਰਮਿਕ ਵਿਖਾਵਾ ਪਾਇਆ ਹੋਇਆ ਹੈ। ਅੰਦਰੋਂ ਧਾਰਮਿਕ ਨਹੀਂ, ਬਾਹਰੋਂ ਧਾਰਮਿਕ ਬੋਲ ਬੋਲੇ ਜਾ ਰਹੇ ਹਨ। ਇਹ ਭਗਤੀ ਨਹੀਂ ਹੁੰਦੀ, ਇਹ ਤਾਂ ਸਗੋਂ ਖੁਆਰ ਹੋਣਾ ਹੁੰਦਾ ਹੈ। ਸੋ ਜਨ ਰਲਾਇਆ ਨਾ ਰਲੈ, ਜਿਸ ਅੰਤਰ ਵਿਵੇਕ ਵਿਚਾਰ। ਜਿਹਦੇ ਅੰਦਰ ਰੱਬੀ ਵਿਚਾਰ ਹੈ। ਵਿਵੇਕ ਅਸਲ ਉਹ ਵਿਚਾਰ ਹੁੰਦਾ, ਵਿਵੇਕ ਬੁੱਧ ਉਹ ਬੁੱਧ ਹੁੰਦੀ ਹੈ ਜਿਹੜੀ ਠੀਕ ਅਤੇ ਗਲਤ ਦਾ ਨਿਰਣਾ ਕਰ ਸਕੇ। ਜਿੰਨਾ ਚਿਰ ਤੁਸੀਂ ਸਤ ਸੰਗਤ ਨਹੀਂ ਸੀ ਕਰਦੇ, ਤੁਹਾਨੂੰ ਪਤਾ ਹੀ ਨਹੀਂ ਸੀ ਕੀ ਠੀਕ ਹੈ ਅਤੇ ਕੀ ਗਲਤ ਹੈ, ਕਿਉਂਕਿ ਅੰਦਰ ਵਿਵੇਕ ਬੁੱਧ ਨਹੀਂ ਸੀ। ਹੋ ਸਕਦਾ ਹੁਣ ਵੀ ਸਾਡੇ ਅੰਦਰ ਨਾ ਹੋਵੇ। ਇਹ ਜਿਹੜਾ ਕੀ ਠੀਕ ਹੈ ਕੀ ਗਲਤ ਹੈ, ਇਹ ਜਿਹੜਾ ਸਾਨੂੰ ਪਤਾ ਲੱਗਾ, ਇਹ ਤਾਂ ਗੁਰੂ ਮਹਾਰਾਜ ਕੋਲ ਵਿਵੇਕ ਬੁੱਧ ਹੁੰਦੀ ਹੈ। ਉਹਨਾਂ ਕਿਹਾ ਸਾਨੂੰ ਬਈ ਆਹ ਠੀਕ ਹੈ ਆਹ ਗਲਤ ਹੈ। ਫਿਰ ਅਸੀਂ ਉਹ ਗਲਤ ਨੂੰ ਛੱਡਣਾ ਸ਼ੁਰੂ ਕੀਤਾ ਅਤੇ ਠੀਕ ਨੂੰ ਅਪਣਾਉਣਾ ਸ਼ੁਰੂ ਕੀਤਾ। ਅਸੀਂ ਸਾਡੇ ਅੰਦਰ ਵਿਵੇਕ ਬੁੱਧ ਨਹੀਂ, ਗੁਰੂ ਮਹਾਰਾਜ ਦੇ ਅੰਦਰ ਵਿਵੇਕ ਬੁੱਧ ਹੈ। ਉਹਨਾਂ ਦੇ ਅੰਦਰ ਰੱਬੀ ਵਿਚਾਰ ਹੈ, ਸਾਡੇ ਅੰਦਰ ਸੰਸਾਰੀ ਵਿਚਾਰ ਨੇ। ਰੱਬੀ ਵਿਚਾਰ ਕਦੇ ਬਦਲਿਆ ਨਹੀਂ ਕਰਦੇ। ਖੈਰ ਗੁਰੂ ਨਾਨਕ ਦੇਵ ਜੀ ਨੇ ਜੋ 9 ਸਾਲ ਦੀ ਉਮਰ ਦੇ ਵਿੱਚ ਪੰਡਿਤ ਨੂੰ ਕਿਹਾ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਘੱਤ। 69 ਸਾਲ ਦੀ ਉਮਰ 'ਚ ਵੀ ਇਹੀ ਕਿਹਾ। ਉਹਨਾਂ ਦੇ ਵਿਚਾਰ ਬਦਲੇ ਨਹੀਂ ਹੈਗੇ। ਇਹ ਨਹੀਂ ਕਿ ਸਾਡੇ ਤਾਂ ਵਿਚਾਰ ਬਚਪਨ 'ਚ ਹੋਰ, ਜਵਾਨੀ 'ਚ ਹੋਰ, ਬੁਢਾਪੇ 'ਚ ਹੋਰ। ਅਸੀਂ ਜਿਉਂ-ਜਿਉਂ ਉਮਰ ਬਦਲਦੇ ਹਾਂ ਸਾਡੇ ਵਿਚਾਰ ਵੀ ਬਦਲਦੇ ਰਹਿੰਦੇ ਹਨ। ਜਿਹੜੇ ਬ੍ਰਹਮ ਗਿਆਨੀ ਹੁੰਦੇ ਹਨ
ਨਾ ਰੱਬ ਦੇ ਵਿਚਾਰ ਬਦਲਣ ਅਤੇ ਨਾ ਬ੍ਰਹਮ ਗਿਆਨੀ ਦੇ ਬਦਲਣ। ਇਸ ਲਈ ਉਹਨਾਂ ਦੇ ਅੰਦਰ ਰੱਬੀ ਮੱਤ ਹੁੰਦੀ ਹੈ। ਉਹਨੂੰ ਕਹਿੰਦੇ ਨੇ ਵਿਵੇਕ ਬੁੱਧ, ਵਿਵੇਕ ਵਿਚਾਰ, ਵਿਵੇਕ ਮਤ, ਇਹ ਹੁੰਦੇ ਨੇ। ਸੋ ਜਿਸ ਗਿਆਨ ਦੇ ਅੰਦਰ ਵਿਵੇਕ ਵਿਚਾਰ ਹੁੰਦਾ ਨਾ, ਸੋ ਜਨ ਰਲਾਇਆ ਨਾ ਰਲੇ, ਉਹ ਦੂਜੇ ਨਾਲ ਰਲਾਇਆ ਰਲਦਾ ਨਹੀਂ। ਕਿਉਂ? ਉਹਦੇ ਵਿਚਾਰ ਹੋਰ ਨੇ, ਦੂਜੇ ਲੋਕਾਂ ਦੇ ਵਿਚਾਰ ਹੋਰ ਨੇ। ਵਿਚਾਰ ਹੀ ਨਹੀਂ ਰਲਦੇ ਮਿਲਦੇ। ਕਿਉਂ? ਇੱਕ ਨੂੰ ਪਤਾ ਹੈ ਕੀ ਠੀਕ ਹੈ ਅਤੇ ਕੀ ਗਲਤ ਹੈ। ਬਦਕਿਸਮਤੀ ਇਹ ਹੈ ਕਿ ਜੇ ਕਿਸੇ ਨੂੰ ਦੱਸ ਦੇ ਤੂੰ ਗਲਤ ਕਰ ਰਿਹਾ ਤਾਂ ਵੀ ਨਹੀਂ ਮੰਨਦਾ, ਉਹ ਗਲਤ ਨੂੰ ਹੀ ਠੀਕ ਸਮਝ ਕੇ ਕਰੀ ਹੋਈ ਜਾਂਦਾ। ਕਹੀ ਜਾਂਦਾ ਜਦੋਂ ਬੱਚਾ ਨਸ਼ਿਆਂ 'ਚ ਪੈ ਜਾਂਦਾ, ਮਾਂ ਪਿਓ ਸਮਝਾਉਂਦੇ ਨੇ ਉਹਨੂੰ ਕਿ ਕਾਕਾ ਤੂੰ ਨਸ਼ੇ ਨਾ ਕਰ, ਇਹਦੇ ਨਾਲ ਪੈਸਾ ਵੀ ਜਿਹੜੇ ਉਜਾੜੇਂਗਾ ਅਤੇ ਸਿਹਤ ਵੀ ਖਰਾਬ ਕਰੇਂਗਾ ਅਤੇ ਨਾਲੇ ਬਦਨਾਮੀ ਹੋਵੇਗੀ। ਫਲਾਣੇ ਦਾ ਮੁੰਡਾ ਨਸ਼ਈ ਹੈ, ਦੱਸਣ ਦੇ ਬਾਵਜੂਦ ਵੀ ਉਹ ਨਹੀਂ ਹਟਦਾ। ਇਹਨੂੰ ਕਹਿੰਦੇ ਬਦਕਿਸਮਤੀ। ਇੱਕ ਹੁੰਦਾ ਜੀ, ਮੈਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਸੀ, ਗੱਲ ਨਿਬੜੀ। ਕਈ ਵਾਰੀ ਟੀਚਰਾਂ ਮੈਨੂੰ ਕਹਿਣਾ ਵੀ ਜੈਮਲ ਸੀ ਕੀ ਇਹਨਾਂ ਲੋਕਾਂ ਨਾਲ ਮੱਥਾ ਮਾਰਨਾ ਸਟੇਜ 'ਤੇ ਖਲੋ ਕੇ। ਮੈਂ ਨਹੀਂ ਯਾਰ, 1600 ਵਿਦਿਆਰਥੀ ਹੈ ਸਾਡਾ, ਮੈਂ ਬੋਲਿਆ 1600 'ਚ ਇੱਕ ਨੇ ਵੀ ਅਗਰ ਮੇਰੀ ਗੱਲ ਮੰਨ ਲਈ, ਮੈਂ ਕਹਾਂਗਾ ਅੱਜ ਦੇ ਦਿਨ ਮੇਰਾ ਸਫਲਾ ਹੋ ਗਿਆ। ਘੱਟ ਤੋਂ ਘੱਟ ਇੱਕ ਤੇ ਬਦਲ ਗਿਆ। ਕੱਲ੍ਹ ਨੂੰ ਬੱਚੇ ਵੱਡੇ ਹੋ ਕੇ ਇਹ ਨਾ ਕਹਿਣ ਸਾਨੂੰ ਤਾਂ ਕਿਸੇ ਦੱਸੇ ਹੀ ਨਹੀਂ ਸੀ ਜੀ, ਕਹਿੰਦੇ ਕਿ ਦੱਸੇ ਨਹੀਂ ਸੀ। ਮੈਂ ਇਸ ਲਈ ਅਸੀਂ ਬੋਲਦੇ ਕਿ ਬੱਚੇ ਨੂੰ ਨਹੀਂ ਗਿਆਨ ਹੁੰਦਾ, ਉਹਨਾਂ ਨੂੰ ਗਿਆਨ ਦੇਣਾ ਸਾਡਾ ਫਰਜ਼ ਹੈ। ਹਾਂ, ਉਸ ਗਿਆਨ ਨੂੰ ਮੰਨਣ ਨਾ ਮੰਨਣ, ਜਦੋਂ ਵੱਡੇ ਹੋ ਜਾਂਦੇ ਨੇ ਫਿਰ ਸਾਡੇ ਕਹੇ ਬੋਲ ਉਹਨਾਂ ਨੂੰ ਯਾਦ ਰਹਿੰਦੇ ਨੇ। ਸਰ ਜੀ ਤੁਸੀਂ ਐਂ ਕਿਹਾ ਸੀ, ਅਸੀਂ ਹੀ ਨਹੀਂ ਮੰਨਿਆ। ਮੈਂ ਠੀਕ ਹੈ ਭਾਈ, ਹੁਣ ਮੈਂ ਤੂੰ ਸ਼ੁਕਰ ਕਰ ਫਿਰ ਵੀ ਤੂੰ ਮੂੰਗਫਲੀ ਦੀ ਰੇਹੜੀ ਲਾ ਰੱਖੀ ਹੈ, ਧੱਕੇ ਨਹੀਂ ਖਾ ਰਿਹਾ। ਠੀਕ ਹੈ, ਤੂੰ ਨਹੀਂ ਪੜ੍ਹਿਆ, ਸਾਡੀ ਨਹੀਂ ਮੰਨੀ, ਨਹੀਂ ਪੜ੍ਹਿਆ, ਪਰ ਸ਼ੁਕਰ ਹੈ ਤੂੰ ਰੇਹੜੀ ਤਾਂ ਲਾਈ ਹੋਈ ਹੈ ਮੂੰਗਫਲੀ ਦੀ, ਇਹ ਤਾਂ ਵੇਚ ਰਹੇ, ਕੁਛ ਤਾਂ ਕਰ ਹੀ ਰਹੇ ਨੇ। ਫਿਰ ਜਦ ਮਿਲੀ ਤਾਂ ਫਿਰ ਅਗਲੇ ਮਹਿਸੂਸ ਕਰਦੇ ਨੇ ਹਾਂ ਅਸੀਂ ਯਾਰ ਸਰ ਨੇ ਤਾਂ ਠੀਕ ਹੀ ਕਿਹਾ ਸੀ, ਅਸੀਂ ਹੀ ਨਾ ਮੰਨੀ। ਨਹੀਂ ਤਾਂ ਕਿ ਸਾਨੂੰ ਤਾਂ ਕਿਸੇ ਕਿਹਾ ਹੀ ਨਹੀਂ ਜੀ ਹੈ, ਵੀ ਸਾਨੂੰ ਤਾਂ ਕਿਸੇ ਦੱਸੇ ਹੀ ਨਹੀਂ ਜੀ। ਹੁਣ ਗੁਰੂ ਮਹਾਰਾਜ ਸਾਨੂੰ ਦੱਸ ਰਹੇ ਨੇ, ਹੁਣ ਅਸੀਂ ਮੰਨੀਏ ਨਾ ਮੰਨੀਏ। ਗੁਰੂ ਮਹਾਰਾਜ ਨੇ ਸਾਨੂੰ ਡੰਡਾ ਕੋਈ ਨਹੀਂ ਮਾਰਨਾ, ਉਹ ਕਹਿ ਨਾ ਮੰਨ, ਉਹ ਜਮਦੂਤ ਕੋਈ ਨਹੀਂ ਤਿਆਰ ਰਹੇ। ਤੂੰ ਸਾਡੀ ਨਹੀਂ ਨਾ ਮੰਨਦਾ, ਜਮਦੂਤਾਂ ਤੇਰਾ ਫਿਰ ਕੁਟਾਪਾ ਕਰਨਾ, ਫਿਰ ਉਦੋਂ ਤੂੰ ਯਾਦ ਕਰੇਂਗਾ ਓਹੋ ਜੇ ਮੈਂ ਮੰਨ ਲੈਂਦਾ। ਉਹ ਤਾਂ ਜੇ ਸੀ, ਜੇ ਨਾਲ ਕੀ ਬਣਦਾ ਹੁਣ। ਇਸ ਲਈ ਪਰਮਾਤਮਾ ਨੇ ਤਾਂ ਭੇਜੇ, ਪੀਰ ਭੇਜੇ, ਪੈਗੰਬਰ ਭੇਜੇ, ਅਵਤਾਰ ਭੇਜੇ, ਬ੍ਰਹਮ ਗਿਆਨੀ ਭੇਜੇ, ਸੰਤ ਮਹਾਤਮਾ ਭੇਜੇ ਕਿ ਜਾਓ ਇਹਨਾਂ ਨੂੰ ਮੇਰਾ ਜਾ ਕੇ ਸੁਨੇਹਾ ਦਿਓ। ਉਹਨਾਂ ਸੁਨੇਹਾ ਦਿੱਤਾ ਵੀ, ਉਹਨਾਂ ਸੁਨੇਹੇ ਨੂੰ ਲਿਖਤੀ ਰੂਪ ਵੀ ਦਿੱਤਾ, ਬਾਈਬਲ ਦੇ ਰੂਪ 'ਚ, ਕੁਰਾਨ ਦੇ ਰੂਪ 'ਚ, ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ। ਅਸੀਂ ਹੁਣ ਉਸ ਸੁਨੇਹੇ ਨੂੰ ਪੜ੍ਹੀਏ ਹੀ ਨਾ ਅਤੇ ਪੜ੍ਹ ਕੇ ਮੰਨੀਏ ਹੀ ਨਾ, ਅਤੇ ਫਿਰ ਇਸ 'ਚ ਨਾ ਪਰਮਾਤਮਾ ਦਾ ਕਸੂਰ ਹੈ ਅਤੇ ਨਾ ਕਿਸੇ ਗੁਰੂ ਪੀਰ ਦਾ ਕਸੂਰ ਹੈ। ਫਿਰ ਗੁਰਬਾਣੀ 100 ਵੇ ਜੀਆ ਆਪਣਾ ਕੀਆ। ਅੱਛਾ ਭਾਈ ਤੂੰ ਸਾਡੀ ਨਹੀਂ ਮੰਨੀ, ਆਪਣੀ ਮਰਜ਼ੀ ਕੀਤੀ ਹੈ, ਹੁਣ ਉਹਦਾ ਨਤੀਜਾ ਭੋਗ। ਸੋ ਗੁਰੂ ਮਹਾਰਾਜ ਕਹਿੰਦੇ ਸੋ ਸੇਵਕ ਹਰ ਆਖੀਏ, ਜੋ ਹਰ ਰਾਖੈ ਉਰ ਧਾਰ। ਉਰ ਹੁੰਦਾ ਹਿਰਦਾ ਭਾ ਮਨ। ਸੋ ਸੇਵਕ ਹਰ ਆਖੀਏ, ਹਰੀ ਦਾ ਉਹੀ ਸੇਵਕ ਕਿਹਾ ਜਾਂਦਾ ਹੈ ਜੋ ਹਰ ਰਾਖੈ ਉਰ ਧਾਰ, ਜੋ ਹਰੀ ਨੂੰ ਹਮੇਸ਼ਾ ਮਨ ਵਿੱਚ ਟਿਕਾ ਕੇ ਰੱਖਦਾ। ਹਰੀ ਦੀ ਯਾਦ ਨੂੰ, ਹਰੀ ਦੇ ਪਿਆਰ ਨੂੰ ਜੋ ਮਨ 'ਚ ਧਾਰਨ ਕਰ ਲੈਂਦਾ ਨਾ, ਅਸਲ 'ਚ ਉਹ ਹਰੀ ਦਾ ਸੇਵਕ ਹੈ। ਹੋਰ ਕੀ ਕਰਦਾ ਉਹ? ਮਨ ਤਨ ਸੌਂਪੇ ਆਗੈ ਧਰੇ, ਹਉਮੈ ਵਿੱਚੋਂ ਮਰ। ਉਹ ਆਪਣਾ ਮਨ ਅਤੇ ਤਨ
ਗੁਰੂ ਨੂੰ ਸੌਂਪ ਦਿੰਦਾ ਹੈ, ਉਹਦੇ ਅੱਗੇ ਰੱਖ ਦਿੰਦਾ ਹੈ। ਹਉਮੈ ਵਿੱਚੋਂ ਮਾਰ ਤੇ ਆਪਣੇ ਅੰਦਰ ਹਉਮੈ ਵੀ ਖਤਮ ਕਰ ਲੈਂਦਾ ਹੈ। ਧੰਨ ਗੁਰਮੁਖ ਸੋ ਪ੍ਰਵਾਨ ਹੈ। ਇਹ ਧੰਨ ਹੈ, ਧੱਦੇ ਦੀ ਟਿੱਪੀ ਲਾ ਕੇ ਪੜ੍ਹਨਾ। ਜੇ ਧੰਨ ਪੜ੍ਹੋਗੇ ਧਨ ਦੌਲਤ ਹੋ ਜਾਏਗਾ। ਤਦੇ ਟਿੱਪੀ ਲਾ ਕੇ ਪੜ੍ਹੋ ਧੰਨ ਹੈ। ਧੰਨ ਧੰਨ ਗੁਰੂ ਨਾਨਕ, ਧੰਨ ਗੁਰੂ, ਧੰਨੋ ਜੀ, ਧੰਨੋ ਤੁਸੀਂ। ਧੰਨ ਗੁਰਮੁਖ ਸੋ ਪ੍ਰਵਾਨ ਹੈ, ਜੇ ਕਦੇ ਨਾ ਆਵੈ ਹਰ। ਉਹ ਗੁਰਮੁਖ ਧੰਨ ਹੈ, ਉਹ ਗੁਰਮੁਖ ਪਰਮਾਤਮਾ ਦੀ ਦਰਗਾਹ 'ਚ ਪ੍ਰਵਾਨ ਹੈ, ਜੋ ਜੀਵਨ ਦੀ ਬਾਜ਼ੀ ਹਾਰ ਕੇ ਨਹੀਂ ਆਉਂਦਾ। ਜੇ ਤੇ ਨਾਮ ਜਪਿਆ ਸਮਝੋ ਤੁਸੀਂ ਜੀਵਨ ਦੀ ਬਾਜ਼ੀ ਜਿੱਤ ਕੇ ਚੱਲੇ ਹੋ, ਅਤੇ ਜੇ ਨਹੀਂ ਜਪਿਆ ਤਾਂ ਤੁਸੀਂ ਜੀਵਨ ਦੀ ਬਾਜ਼ੀ ਹਾਰ ਕੇ ਚੱਲੇ ਹੋ। ਅਤੇ ਕੋਈ ਟੀਮ ਹਾਰ ਜੇ ਨਾ, ਉਹਦਾ ਕੋਈ ਸਤਿਕਾਰ ਨਹੀਂ ਕਰਦਾ। ਟੀਮ ਜਿੱਤ ਜੇ ਬੱਲੇ ਬੱਲੇ, ਹਾਰ ਪਾਉਂਦੇ ਉਹਨਾਂ ਦੇ, ਸਵਾਗਤ ਕਰਦੇ ਨੇ, ਜੀ ਆਇਆਂ ਨੂੰ ਕਹਿੰਦੇ ਨੇ, ਇਨਾਮ ਦਿੰਦੇ ਆ ਉਹਨਾਂ ਨੂੰ, ਅਖਬਾਰਾਂ 'ਚ ਛਪਦਾ ਉਹਨਾਂ ਦਾ ਕਿ ਉਹ ਜਿੱਤ ਕੇ ਆਏ ਨਾ। ਹਾਰੇ ਨੂੰ ਕੋਈ ਨਹੀਂ ਪੁੱਛਦਾ ਹੈ। ਜਦੋਂ ਸਾਡੀ ਟੀਮ ਬਾਹਰਲੇ ਦੇਸ਼ ਜਾਂਦੀ, ਜਿਤਾਵੇ ਜਿੱਤ ਕੇ, ਫਿਰ ਤਾਂ ਦਿਨ ਦੀ ਫਲਾਈਟ 'ਚ ਆਉਂਦੇ ਨੇ ਵੀ ਅੱਗੇ ਸਵਾਗਤ ਕਰਨਗੇ ਲੋਕ ਸਾਡਾ। ਜੇ ਹਾਰ ਜੇ ਨਾ, ਫਿਰ ਰਾਤ ਦੀ ਫਲਾਈਟ ਉਤਰਦੇ ਨੇ, ਚੁੱਪ ਕਰਕੇ ਘਰਾਂ ਨੂੰ ਤੁਰ ਜਾਂਗੇ। ਕਦੇ ਵੀ ਤੁਸੀਂ ਨੋਟ ਕਰ ਲਿਓ। ਇਸ ਲਈ ਕਹਿੰਦੇ ਕਿਹੜਾ ਗੁਰਮੁਖ ਪ੍ਰਵਾਨ ਹੈ, ਕਿਹੜਾ ਗੁਰਮੁਖ ਧੰਨ ਹੈ, ਜਿਹੜਾ ਜੀਵਨ ਦੀ ਬਾਜ਼ੀ ਹਾਰ ਕੇ ਨਹੀਂ ਆਉਂਦਾ। ਇਹ ਜੀਵਨ ਦੀ ਬਾਜ਼ੀ ਜਿੱਤ ਕੇ ਜਾਣਾ ਹੈ। ਕਰਮ ਮਿਲੈ ਤਾਂ ਪਾਈਐ, ਵਿਨ ਕਰਮੈ ਪਾਇਆ ਨਾ ਜਾਏ। 184 ਤਰਸ ਦੇ, ਜਿਸ ਮੇਲੇ ਸੋ ਮਿਲੈ ਹਰ ਆਏ। ਨਾਨਕ ਗੁਰਮੁਖ ਹਰ ਪਾਇਆ, ਸਦਾ ਹਰ ਨਾਮ ਸਮਾਏ। ਕਰਮ ਹੁੰਦੀ ਬਖਸ਼ਿਸ਼, ਕਰਮ ਮਿਲੈ ਤਾਂ ਪਾਈਏ। ਜੇ ਪਰਮਾਤਮਾ ਦੀ ਹੋ ਜਾਏ ਬਖਸ਼ਿਸ਼ ਤਾਂ ਪਰਮਾਤਮਾ ਮਿਲਦਾ। ਅਸੀਂ ਤਾਂ ਵੱਧ ਤੋਂ ਵੱਧ ਭਜਨ ਬੰਦਗੀ ਕਰ ਸਕਦੇ ਹਾਂ। ਅਸੀਂ ਆਪਣੇ ਹੀ ਯਤਨ ਨਾਲ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਖਿਆਲ ਰੱਖਣਾ। ਤਾਂ ਹੀ ਕ੍ਰਿਸ਼ਨ ਮਹਾਰਾਜ ਨੇ ਅਰਜਨ ਨੂੰ ਕਿਹਾ, ਅਰਜਨ ਤੇਰਾ ਕੰਮ ਯੁੱਧ ਕਰਨਾ, ਫਲ ਤੇ ਮੇਰੇ ਹੱਥ 'ਚ ਹੈ, ਹਾਰ ਜਿੱਤ ਤੇ ਮੇਰੇ ਹੱਥ 'ਚ ਹੈ। ਹਾਰ ਜਿੱਤ ਅਰਜਨ ਤੇਰੇ ਹੱਥ 'ਚ ਨਹੀਂ ਹੈ, ਤੇਰੇ ਹੱਥ ਦੇ ਵਿੱਚ ਕਰਮ ਕਰਨਾ। ਤੂੰ ਕਰਮ ਕਰ, ਫਲ ਤੇ ਮੈਂ ਦੇਣਾ। ਇਹ ਤਾਂ ਮੈਂ ਦੇਖਣਾ ਹੈ ਕਿ ਇਸ ਲੜਾਈ 'ਚ ਕਿਸ ਨੂੰ ਹਰਾਉਣਾ ਅਤੇ ਕਿਸ ਨੂੰ ਜਿਤਾਉਣਾ। ਤੂੰ ਕਸ਼ਤਰੀ ਹੈ, ਤੂੰ ਫੌਜੀ ਹੈ, ਅਤੇ ਫੌਜੀ ਦਾ ਕੰਮ ਹੈ ਦੁਸ਼ਮਣ ਨਾਲ ਲੜਨਾ। ਫੌਜੀ ਇਹ ਨਹੀਂ ਵੇਖਦਾ ਸਾਹਮਣੇ ਮੇਰਾ ਬਾਪ ਹੈ ਜਾਂ ਮੇਰਾ ਭਰਾ ਹੈ ਜਾਂ ਮੇਰੀ ਜਾਤ ਦਾ ਜਾਂ ਮੇਰੇ ਧਰਮ ਦਾ ਜਾਂ ਮੇਰੀ ਕੌਮ ਦਾ, ਇਹ ਨਹੀਂ ਵੇਖਦਾ ਉਹ। ਹੁਣ ਤਾਂ ਇਹ ਹੁੰਦਾ ਇਹ ਮੇਰਾ ਦੁਸ਼ਮਣ ਹੈ। ਹੁਣ ਦੇਖੋ ਸਾਡੀ ਫੌਜ ਦੇ ਸਿੱਖ ਵੀ ਨੇ, ਹਿੰਦੂ ਵੀ ਨੇ, ਮੁਸਲਮਾਨ ਵੀ ਨੇ। ਪਾਕਿਸਤਾਨ ਦੇ ਬਾਰਡਰ 'ਤੇ ਨੇ, ਮੰਨ ਲਓ ਪਾਕਿਸਤਾਨ ਨਾਲ ਸਾਡੀ ਲੜਾਈ ਹੋ ਪੈਂਦੀ ਹੈ। ਸਾਡੀ ਫੌਜ ਜਿਹੜੇ ਮੁਸਲਮਾਨ ਨੇ ਉਹ ਇਹ ਨਹੀਂ ਸੋਚਣਗੇ ਕਿ ਇਹ ਵੀ ਮੁਸਲਮਾਨ ਨੇ, ਅਸੀਂ ਵੀ ਮੁਸਲਮਾਨ ਹਾਂ, ਆਪਾਂ ਇਹਨਾਂ ਨਾਲ ਕਿਉਂ ਲੜੀਏ। ਨੋ, ਉੱਥੇ ਤਾਂ ਚੱਲ ਸੋ ਚੱਲ ਹੁੰਦੇ। ਫਿਰ ਹਾਂ, ਉੱਥੇ ਇਹ ਨਹੀਂ ਹੈ ਕਿ ਸਾਡੇ ਧਰਮ ਦੇ ਲੋਕ ਨੇ ਜਾਂ ਸਾਡੇ ਜਾਤ ਬਰਾਦਰੀ ਲੋਕ ਨੇ, ਉੱਥੇ ਨਹੀਂ ਵੇਖਿਆ ਜਾਂਦਾ। ਉੱਥੇ ਆਪਣੀ ਡਿਊਟੀ ਕੀਤੀ ਜਾਂਦੀ ਵੀ ਇਹਨਾਂ ਸਾਡੇ 'ਤੇ ਹਮਲਾ ਕੀਤਾ ਹੈ, ਅਸੀਂ ਇਹਨਾਂ ਦਾ ਮੁਕਾਬਲਾ ਕਰਨਾ ਹੀ ਕਰਨਾ, ਭਾਵੇਂ ਫਿਰ ਕੋਈ ਹੈ। ਤਾਂ ਕ੍ਰਿਸ਼ਨ ਮਹਾਰਾਜ ਤਾਂ ਸਮਝਿਆ ਵੀ ਇਹ ਨਾ ਸਮਝੇ ਮੇਰਾ ਚਾਚਾ ਹੈ ਜੀ, ਇਹ ਮੇਰਾ ਤਾਇਆ ਹੈ ਜੀ, ਇਹ ਮੇਰਾ ਗੁਰੂ ਹੈ, ਮੇਰਾ ਫਲਾਣਾ ਹੈ। ਇਹਨਾਂ ਤੁਹਾਡੇ ਨਾਲ ਬੇਇਨਸਾਫੀ ਕੀਤੀ ਹੈ। ਜਦੋਂ ਤੁਸੀਂ ਬਨਵਾਸ ਕੱਟੇ ਸੀ, ਇਹਨਾਂ ਦਾ ਫਰਜ਼ ਬਣਦਾ ਤੁਹਾਨੂੰ ਅੱਧਾ ਰਾਜ ਦੇ ਦਿੰਦੇ, ਇਹਨਾਂ ਨਹੀਂ ਦਿੱਤਾ। ਮੈਂ ਤੁਹਾਡੇ ਵੱਲੋਂ ਗਿਆ ਦੁਰਯੋਧਨ ਕੋਲ ਕਿ ਚੱਲ ਜੂ ਅੱਧਾ ਰਾਜ ਨਹੀਂ 5 ਪਿੰਡ ਦੇ ਦੇ, ਇਹਨੇ 5 ਪਿੰਡ ਵੀ ਨਹੀਂ ਦਿੱਤੇ। ਮੈਂ ਕਿ ਚੱਲ 1 ਦੇ ਦੇ, ਉਹਨੇ 1 ਵੀ ਨਹੀਂ ਦਿੱਤਾ। ਕਹਿੰਦਾ ਮੈਂ ਤਾਂ ਸੂਈ ਦੇ ਨੱਕੇ ਜਿੰਨੀ ਥਾਂ ਨਹੀਂ ਦੇਣੀ। ਕਹਿੰਦਾ ਤੇਰੇ ਕੀ ਲੱਗਦੇ ਨੇ ਇਹ, ਤੇਰੇ ਫਿਰ 10 ਕੀ ਲੱਗਦੇ ਨੇ ਇਹ। ਬਸ ਫਿਰ ਕਹਿ ਕੇ ਉਠਾ ਲਿਆ। ਫਿਰ 400 ਚੱਲ। ਇਸ ਲਈ ਜਿਹੜੀ ਪ੍ਰਾਪਤੀ ਹੈ ਇਹ ਤਾਂ ਪਰਮਾਤਮਾ ਦੀ ਬਖਸ਼ਿਸ਼ ਨਾਲ ਹੋਣੀ ਹੈ। ਸਾਡਾ ਕੰਮ ਤਾਂ ਯਤਨ ਕਰਨਾ, ਅਸੀਂ ਭਜਨ ਬੰਦਗੀ ਕਰਨੀ ਹੈ। ਫਲ ਤੇ ਪਰਮਾਤਮਾ ਨੇ ਦੇਣਾ। ਛੇਤੀ ਦਿੰਦਾ, ਦੇਰ ਨਾਲ ਦਿੰਦਾ, ਵੱਧ ਦਿੰਦਾ, ਘੱਟ ਦਿੰਦਾ, ਇਹ ਉਹਦੀ ਮਰਜ਼ੀ ਹੈ।
ਪਰ ਫਲ ਜ਼ਰੂਰ ਦਿੰਦਾ ਉਹ। ਤੁਹਾਡੀ ਮਿਹਨਤ ਅਜਾਈ ਨਹੀਂ ਜਾਂਦੀ। ਸੰਸਾਰਕ ਕੰਮਾਂ 'ਚ ਕਈ ਵਾਰੀ ਮਿਹਨਤ ਅਜਾਈ ਚਲੀ ਜਾਂਦੀ ਹੈ, ਧਰਮ 'ਚ ਮਿਹਨਤ ਅਜਾਈ ਨਹੀਂ ਜਾਂਦੀ। ਇੱਕ ਤਿਲ ਨਹੀਂ ਭੰਨੈ ਘਲ। ਪਰਮਾਤਮਾ ਜਿੰਨੀ ਵੀ ਤੁਸੀਂ ਨਾਮ ਜਪਿਆ, ਬਾਣੀ ਪੜ੍ਹੇ, ਇੱਕ ਤਿਲ ਮਾਤਰ ਵੀ ਉਹਨੂੰ ਭੰਨਦਾ ਨਹੀਂ ਹੈ, ਕੀਮਤ ਪਾਉਂਦਾ ਉਹ ਵੀ ਹਾਂ ਇਹਨੇ ਨਾਮ ਜਪਿਆ। ਮੈਂ ਦੇਖਿਆ ਸੰਸਾਰ ਵਿੱਚ ਤੁਸੀਂ ਕਿਸੇ ਮਨੁੱਖ ਲਈ ਭਾਵੇਂ ਕਿੰਨਾ ਹੀ ਕਰ ਲਓ, ਹੋ ਸਕਦਾ ਕਿਸੇ ਦਿਨ ਤੁਹਾਡੇ ਨਾਲ ਵਿਗੜ ਜਾਵੇ ਅਤੇ ਤੁਹਾਡੀ ਕੀਤੀ ਕਤਾਈ ਦੇ ਪਾਣੀ ਫੇਰ ਦੇ। ਪਰਮਾਤਮਾ ਦੇ ਨਿਮਿਤ ਜੋ ਤੁਸੀਂ ਕਰੋਗੇ ਪਰਮਾਤਮਾ ਦੀ ਕੀਮਤ ਪਾਏਗਾ, ਉਹ ਅਕਿਰਤਕਣ ਨਹੀਂ ਹੈ। ਮੈਨੂੰ ਇਸ ਲਈ ਖੁਸ਼ੀ ਹੈ। ਬੰਦਾ ਅਕਿਰਤਕਣ ਹੋ ਸਕਦਾ, ਬੰਦੇ ਅਕਿਰਤਕਣ ਹੋ ਸਕਦੇ, ਰੱਬ ਅਕਿਰਤਕਣ ਨਹੀਂ ਹੁੰਦਾ। ਜਿੰਨਾ ਵੀ ਤੁਸੀਂ ਪਰਮਾਤਮਾ ਲਈ ਭਜਨ ਬੰਦਗੀ ਕਰੋ, ਹਾਲਾਂਕਿ ਆਪਣੇ ਫਾਇਦੇ ਲਈ ਕਰਨੀ ਹੈ, ਪਰ ਪਰਮਾਤਮਾ ਦੇ ਨਾਮ ਜਪ ਰਹੇ ਹੋ ਨਾ, ਉਹ ਅਕਿਰਤਕਣ ਨਹੀਂ। ਜੋ ਤੁਸੀਂ ਪਰਮਾਤਮਾ ਲਈ ਕਰ ਰਹੇ ਹੋ, ਪਰਮਾਤਮਾ ਦੀ ਕੀਮਤ ਪਾਏਗਾ, ਉਹਦਾ ਤੁਹਾਨੂੰ ਫਲ ਦੇਵੇਗਾ। ਮੈਨੂੰ ਸਭ ਤੋਂ ਵੱਡੀ ਤਸੱਲੀ ਆ ਹੁੰਦੀ ਹੈ ਵੀ ਸੰਸਾਰੀ ਬੰਦੇ ਦਾ ਕੋਈ ਪਤਾ ਨਹੀਂ, ਤੁਸੀਂ ਕਿੰਨੇ ਹੀ ਕਿਸੇ ਲਈ ਕਰ ਲਓ। ਸਕੇ ਭਰਾ ਕਈ ਵਾਰੀ ਆਪਸ ਲੜ ਪੈਂਦੇ ਨੇ, ਪਿਓ ਪੁੱਤ ਆਪਸ 'ਚ ਲੜ ਪੈਂਦੇ ਨੇ, ਦੋਸਤ ਆਪਸ 'ਚ ਲੜ ਪੈਂਦੇ ਨੇ, ਅਤੇ ਉਹ ਫਿਰ ਕੀਤੀ ਕਤਾਈ ਖਿੱਚ ਪਾਉਂਦੇ ਨੇ। ਇਹ ਤਾਂ ਗੁਰੂ ਮਹਾਰਾਜ ਅਤੇ ਪਰਮਾਤਮਾ ਹੈ ਜਿਹੜਾ ਕੀਮਤ ਪਾਉਂਦਾ ਵੀ ਹਾਂ ਇਸ ਨੇ ਮੇਰੇ ਲਈ ਕੀਤਾ ਹੈ। ਕਰਮ ਮਿਲੈ ਤਾਂ ਪਾਈਏ, ਵਿਨ ਕਰਮੈ ਪਾਇਆ ਨਾ ਜਾਏ। ਪਰਮਾਤਮਾ ਦੀ ਬਖਸ਼ਿਸ਼ ਹੋਵੇ ਤਾਂ ਪਰਮਾਤਮਾ ਮਿਲਦਾ, ਉਹਦੀ ਬਖਸ਼ਿਸ਼ ਤੋਂ ਬਿਨਾਂ ਪਰਮਾਤਮਾ ਨਹੀਂ ਮਿਲਦਾ। 184 ਤਰਸਦੇ ਜਿਸ ਮੇਲੇ ਸੋ ਮਿਲੇ ਹਰ ਆਏ। 84 ਲੱਖ ਜੂਨੀਆਂ ਦੇ ਜੀਵ ਪਰਮਾਤਮਾ ਨੂੰ ਮਿਲਣ ਲਈ ਤਰਸਦੇ ਨੇ, ਪਰ ਜਿਸ ਨੂੰ ਪਰਮਾਤਮਾ ਮਿਲਾਉਂਦਾ ਉਹੀ ਪਰਮਾਤਮਾ ਨਾਲ ਆ ਕੇ ਮਿਲਦਾ ਹੈ। ਨਾਨਕ ਗੁਰਮੁਖ ਹਰ ਪਾਇਆ, ਸਦਾ ਹਰ ਨਾਮ ਸਮਾਏ। ਗੁਰੂ ਦੇ ਰਾਹੀਂ ਫਿਰ ਹਰੀ ਦੀ ਪ੍ਰਾਪਤੀ ਹੁੰਦੀ ਹੈ, ਫਿਰ ਸਦਾ ਹਰੀ ਦੇ ਨਾਮ 'ਚ ਬੰਦਾ ਲੀਨ ਰਹਿੰਦਾ। ਹਰੀ ਗੁਰੂ ਰਾਹੀਂ ਮਿਲਦਾ। ਗੁਰੂ ਦੀ ਖੁਸ਼ੀ ਹੋਣੀ ਚਾਹੀਦੀ ਹੈ, ਗੁਰੂ ਦੀ ਬਖਸ਼ਿਸ਼ ਹੋਣੀ ਚਾਹੀਦੀ ਹੈ, ਫਿਰ ਪਰਮਾਤਮਾ ਮਿਲਦਾ ਹੈ। ਫਿਰ ਮਨੁੱਖ ਸਦਾ ਹੀ ਹਰੀ ਦੇ ਨਾਮ ਵਿੱਚ ਲੀਨ ਰਹਿੰਦਾ ਹੈ। ਉਹਦਾ ਹੋਰ ਕੁਛ ਕਰਨ ਨੂੰ ਜੀਅ ਨਹੀਂ ਕਰਦਾ, ਉਹ ਨਾਮ ਜਪਦਾ ਰਹਿੰਦਾ ਹੈ ਬਸ, ਉਹਨੂੰ ਹੋਰ ਕੋਈ ਕੰਮ ਹੀ ਨਹੀਂ ਹੁੰਦਾ। ਕਿਉਂ? ਬਾਕੀ ਕੰਮ ਤਾਂ ਉਹਦੇ ਪਰਮਾਤਮਾ ਕਰ ਰਿਹਾ ਹੈ, ਉਹਨੇ ਕੀ ਕਰਨਾ? ਉਹਦੇ ਨਾਮ ਜਪਦਾ ਬਸ। ਅਜੇ ਸਾਨੂੰ ਬਹੁਤ ਸਾਰੇ ਧਰਮ ਦੀਆਂ ਗੱਲਾਂ 'ਤੇ ਵਿਸ਼ਵਾਸ ਹੀ ਨਹੀਂ ਹੁੰਦਾ, ਸਾਨੂੰ ਵਿਸ਼ਵਾਸ ਹੀ ਨਹੀਂ ਕਿਵੇਂ ਧਰਮ ਦੀਆਂ ਗੱਲਾਂ। ਜੇ ਅਸੀਂ ਜੀ ਵਾਹਿਗੁਰੂ 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 ਕਰਦੇ ਰਹੇ, ਸਾਨੂੰ ਰੋਟੀ ਕੌਣ ਦੇਵੇਗਾ? ਵਾਹਿਗੁਰੂ ਵਾਹਿਗੁਰੂ ਨਹੀਂ ਕਰਨਾ, ਅੱਗੋਂ ਪ੍ਰਸ਼ਨ ਕਰਨਾ, ਕੀ ਰੋਟੀ ਆਪੇ ਉੱਡ ਕੇ ਮੂੰਹ 'ਚ ਪੈ ਜਾਏਗੀ? ਮੈਂ ਤੁਸੀਂ ਉੱਡ ਕੇ ਪੈਂਦੀ ਵੇਖੀ ਨਹੀਂ, ਮੈਂ ਵੇਖੀ ਹੈ, ਮੈਂ ਵੇਖੀ ਹੈ। ਕਹਿ ਜੀ ਉਹ ਕਿਵੇਂ? ਮੈਂ ਸੰਤ ਸੁਖਦੇਵ ਸਿੰਘ ਜੀ ਇੱਥੇ ਦੀਵਾਨਾ 'ਚ ਆ ਗਏ, 4-5 ਘਰਾਂ 'ਚ ਉਹਨਾਂ ਨੇ ਪਹਿਲਾਂ ਚਰਨ ਪਾਉਣੇ ਸਨ। ਇੱਕ ਘਰ 'ਚ ਗਏ, ਉਹਨਾਂ ਪਲੇਟ ਭਰੀ ਹੋਈ ਡਰਾਈ ਫਰੂਟ ਦੀ, ਜੇ ਛਕ ਲਓ ਜੀ। ਉਹਨਾਂ ਹੱਥ ਰੱਖਤਾ, ਬਸ ਛਕੋ ਭਾਈ ਤੁਸੀਂ। ਉਹ ਮੂੰਹ ਦੇ ਨੇੜੇ ਨੇੜੇ ਕਰੀ ਜਾਂਦੇ ਨੇ ਪਲੇਟ, ਮਹਾਰਾਜ ਜੀ ਇੱਕ ਅੱਧਾ ਤਾਂ ਖਾ ਲਓ। ਹਾਂ, ਮੈਂ ਜਾ ਰਹੀ ਨਾ ਰੋਟੀ ਮੂੰਹ ਨੂੰ। ਕਹਿੰਦੇ ਆ ਉੱਡ ਕੇ ਕਿਵੇਂ ਪੈ ਜਾਏਗੀ? ਐਂ ਪੈਂਦੀ ਹੈ। ਮੈਂ ਦੇਖਿਆ ਪਹਿਲਾਂ ਇੱਥੇ ਹੈ, ਫਿਰ ਹੋਰ ਕਰਦੇ, ਛਕ ਲਓ ਜੀ ਇੱਕ ਅੱਧਾ ਜੀ, ਫਿਰ ਹੋਰ ਕਰਦੇ, ਮੂੰਹ ਦੇ ਨੇੜੇ ਕਰਦੇ ਨੇ। ਹਾਂ, ਮੈਂ ਦੇਖ ਜਾ ਰਿਹਾ ਨਾ ਡਰਾਈ ਫਰੂਟ ਅੰਦਰ ਨੂੰ। ਖਾਣ ਵਾਲਾ ਖਾਵੇ ਨਾ ਖਾਵੇ ਉਹ ਗੱਲ ਵੱਖਰੀ ਹੈ। ਐਵੇਂ ਲੋਕਾਂ ਨੂੰ ਵਹਿਮ ਪਰ ਨਾਮ ਜਪਣਾ ਨਹੀਂ, ਬਸ ਅੱਗੇ ਪ੍ਰਸ਼ਨ ਜੇ ਕਰੀ ਜਾਣਾ। ਪਹਿਲਾਂ ਜਪੋ, ਪਹਿਲਾਂ ਉਹਦਾ ਤਜਰਬਾ ਕਰੋ। ਅਗਰ ਉਹ ਫਲ ਨਾ ਨਿਕਲੇ ਫਿਰ ਅਸੀਂ ਕਹਿ ਗੁਰਬਾਣੀ ਕੋਈ ਗਲਤ ਥੋੜ੍ਹਾ ਹੀ ਹੈ। ਗੁਰਬਾਣੀ ਕਹਿੰਦੀ ਪਰਮਾਤਮਾ ਤੁਸੀਂ ਮੇਰਾ ਇੱਕੋ ਕੰਮ ਕਰੋ, ਮੈਂ ਤੁਹਾਡੇ ਸਾਰੇ ਕੰਮ ਕਰੂੰਗਾ।
ਬੰਦਾ ਸਾਰੇ ਕੰਮਾਂ ਲਈ ਸਾਰੀ ਉਮਰ ਵਕਤ ਨੂੰ ਫੜਿਆ ਰਹਿੰਦਾ, ਇੱਕ ਕੰਮ ਨਹੀਂ ਕਰਦਾ। ਵਿਸ਼ਵਾਸ ਹੀ ਨਹੀਂ ਆ ਰਿਹਾ ਵੀ ਐਂ ਕਿਵੇਂ ਹੋ ਸਕਦਾ ਹੈ। ਮੈਂ ਜੇ ਵਾਹਿਗੁਰੂ ਵਾਹਿਗੁਰੂ ਕਰੀ ਗਿਆ, ਐਂ ਕਿਵੇਂ ਕੰਮ ਹੋ ਜਾਣਗੇ। ਹੁਣ ਵਿਸ਼ਵਾਸ ਹੀ ਨਹੀਂ, ਫਿਰ ਉੱਥੇ ਰੱਬ ਕਿਆ ਕਰੇ ਅਤੇ ਗੁਰੂ ਕੀ ਕਰੇ ਜੀ। ਮੰਨ ਲਓ ਮੈਨੂੰ ਗੁਰੂ ਦੀ ਗੱਲ 'ਤੇ ਵਿਸ਼ਵਾਸ ਹੀ ਨਹੀਂ, ਫਿਰ ਹੁਣ ਗੁਰੂ ਉੱਥੇ ਕਿਆ ਕਰੇਗਾ। ਮੈਂ ਤਾਂ ਦੇਖਿਆ, ਮੈਨੂੰ ਤਾਂ ਮਹਾਂਪੁਰਖਾਂ ਦੀ ਗੱਲ ਵੀ ਜਚੀ 1974 'ਚ, ਜੋ ਮੈਂ ਸੰਥਿਆ ਲੈਣ ਲਈ ਉਹਨਾਂ ਕੋਲ ਗਿਆ। ਹੁਣ ਤਾਂ ਪਿੱਛੇ ਜੋ ਸਵਰਗਵਾਸ ਹੋ ਗਏ ਨੇ, ਉਹ ਸਹਿਜ 3-4 ਦਿਨ ਹੀ ਹੋਏ ਸਨ। ਕਹਿੰਦੇ ਭਾਈ ਜਿਹੜਾ 1 ਘੰਟਾ ਸਿਮਰਨ ਕਰੇ ਪਰਮਾਤਮਾ ਨੂੰ 2 ਘੰਟੇ ਦੀ ਵੇਲ ਦਿੰਦਾ। ਮੈਂ ਕਿਹਾ ਜਿਹੜਾ 2 ਘੰਟੇ ਸਿਮਰਨ ਕਰੇ, ਕਹਿੰਦੇ ਪਰਮਾਤਮਾ ਨੂੰ 4 ਘੰਟੇ ਦੀ ਵੇਲ ਦਿੰਦਾ। ਮੈਂ ਕਿਹਾ ਜਿਹੜਾ 4 ਘੰਟੇ ਸਿਮਰਨ ਕਰੇ, ਕਹਿੰਦੇ ਪਰਮਾਤਮਾ ਨੂੰ 8 ਘੰਟੇ ਦੀ ਵੇਲ ਦਿੰਦਾ। ਮੈਂ ਜਿਹੜਾ 8 ਘੰਟੇ ਸਿਮਰਨ ਕਰੇ, ਕਹਿੰਦੇ ਪਰਮਾਤਮਾ ਨੂੰ 16 ਘੰਟੇ ਦੀ ਵੇਲ ਦਿੰਦਾ। ਮੈਂ ਅੱਗੇ ਬੋਲਣ ਹੀ ਲੱਗਾ ਸੀ, ਕਹਿੰਦੇ ਭਾਈ ਮੈਂ ਸਮਝ ਗਿਆ ਤੂੰ ਕੀ ਕਹਿਣਾ। ਜਿਹੜਾ ਹਰ ਵਕਤ ਸਿਮਰਨ ਕਰੇ ਉਸ ਨੇ ਕੁਝ ਨਹੀਂ ਕਰਨਾ ਹੁੰਦਾ, ਪਰਮਾਤਮਾ ਵਾਸਤੇ ਸੇਵਾਦਾਰ ਲਾ ਦਿੰਦਾ, ਬਸ ਉਹੀ ਕਰਦੇ ਰਹਿੰਦੇ ਨੇ। ਆਹ ਸੰਤ ਮਾਤਾ ਜਿੰਨੇ ਦੇ ਕਿੰਨੇ ਸੇਵਾਦਾਰ ਡੇਰਿਆਂ 'ਚ, ਕਿੰਨੇ ਨੇ। ਉਹ ਕੋਈ ਹਾਲ ਨਹੀਂ ਪਾਉਂਦੇ, ਕੋਈ ਕੁਛ ਨਹੀਂ, ਕੋਈ ਡਿਊਟੀਆਂ 'ਤੇ ਨਹੀਂ ਜਾਂਦੇ, ਕੋਈ ਕਰਦੇ, ਕਿਸੇ ਦਫ਼ਤਰ 'ਚ ਨਹੀਂ ਡਿਊਟੀ 'ਤੇ ਜਾਂਦੇ। ਇਹ ਕਲਾਸਕਾਰਾਂ ਨੇ, ਪਹਿਨਣ ਨੂੰ ਇਹ ਕਲਾਸ ਕੱਪੜੇ ਨੇ, ਖਾਣ ਪੀਣ ਨੂੰ ਵਾਧੂ ਹੈ, ਅੱਗੇ ਪਿੱਛੇ ਦੁਨੀਆ ਫਿਰੀ ਜਾਂਦੀ ਹੈ ਨਾ। ਨਾਮ ਜਪੋ। ਅਸੀਂ ਕਿਸੇ ਤੋਂ ਸਿੱਖਦੇ ਵੀ, ਸਾਡੇ ਸਾਹਮਣੇ ਉਦਾਹਰਨਾਂ ਨੇ, ਉੱਥੋਂ ਵੀ ਅਸੀਂ ਨਹੀਂ ਸਿੱਖਦੇ। ਧੱਕੇ ਤੋੜੇ ਜਿਹੇ ਖਾਈ ਜਾਓ ਭਾਈ। ਫਿਰ ਹੁਣ ਗੁਰੂ ਮਹਾਰਾਜ ਕੀ ਕਰ ਸਕਦੇ ਨੇ। ਗੁਰੂ ਮਹਾਰਾਜ ਬੱਚਾ ਕਹਿੰਦੇ ਮੇਰਾ ਸਿੱਖ ਸਵਰਗ 'ਚ ਰਹੇ। ਸਿੱਖ ਕਹਿੰਦੇ ਨਾ, ਮੈਂ ਤਾਂ ਨਰਕ 'ਚ ਰਹਿਣਾ, ਕਿਉਂਕਿ ਬਿਰਤੀ ਸੂਰ ਵਾਲੀ ਬਹੁਤੇ ਲੋਕਾਂ ਦੀ ਹੋ ਗਈ ਹੈ। ਸੂਰ ਵਾਲੀ ਬਿਰਤੀ ਹੋ ਗਈ। ਸਾਫ ਸੁਥਰੀ ਚੀਜ਼ ਨਹੀਂ ਖਾਣੀ, ਨਾਲੀਆਂ ਦਾ ਗੰਦ ਖਾਣਾ ਹੈ ਬਸ। ਹੁਣ ਤਾਂ ਖਵਾਉਣ ਵਾਲਾ ਕੀ ਕਰੇ ਬਈ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਨੇ 1,84 ਤਰਸਦੇ ਜਿਸ ਮੇਲੇ ਸੋ ਮਿਲੇ ਹਰ ਰਾਏ। 84 ਲੱਖ ਜੀਵ ਪਰਮਾਤਮਾ ਨੂੰ ਮਿਲਣ ਲਈ ਤਰਸਦੇ ਰਹਿੰਦੇ ਨੇ, ਪਰ ਪਰਮਾਤਮਾ ਨੂੰ ਉਹੀ ਮਿਲਦਾ ਜਿਹਨੂੰ ਪਰਮਾਤਮਾ ਆਪਣੇ ਨਾਲ ਮਿਲਾਉਂਦਾ ਹੈ। ਨਾਨਕ ਗੁਰਮੁਖ ਹਰ ਪਾਇਆ, ਗੁਰੂ ਦੇ ਰਾਹੀਂ ਜਿਹੜੇ ਫਿਰ ਰੱਬ ਨੂੰ ਪਾ ਲੈਂਦਾ, ਸਦਾ ਹਰ ਨਾਮ ਸਮਾਏ। ਉਹ ਸਦਾ ਹੀ ਨਾਮ ਜਪਣ 'ਚ ਲੀਨ ਰਹਿੰਦਾ ਹੈ, ਨਾਮ ਜਪਦਾ ਰਹਿੰਦਾ ਹੈ। ਬਸ ਸਿਰਫ ਵਿਸ਼ਵਾਸ ਦੀ ਲੋੜ ਹੈ। ਜਿਵੇਂ ਦਸਮ ਪਾਤਸ਼ਾਹ ਨੇ, ਇੱਕ ਨੌਜਵਾਨ ਆਇਆ ਜੀ, ਮੈਂ ਬੇਹੰਗਮ ਰਹਿਣਾ ਜੀ, ਮੈਂ ਨਹੀਂ ਵਿਆਹ ਕਰਾਉਣਾ। ਗੁਰੂ ਮਹਾਰਾਜ ਨੇ ਫਿਰ ਘਟਨਾ ਸੁਣਾਈ। ਕਹਿੰਦੇ ਭਾਈ ਜੇ ਵਿਆਹ ਨਹੀਂ ਕਰਾਉਣਾ ਫਿਰ ਤੈਨੂੰ ਇਹੋ ਜਿਹਾ ਹੋਣਾ ਪਏਗਾ। ਉਹਨਾਂ ਕਿਹਾ ਵੀ ਲੀਲਾਪੁਰ ਪਿੰਡ ਦੇ ਵਿੱਚ ਇੱਕ ਸਾਧ ਆ ਗਿਆ। ਉਹ ਵਿਸ਼ਨੂੰ ਮਹਾਰਾਜ ਦਾ ਭਗਤ ਸੀ। ਉਹਦਾ ਅਟੁੱਟ ਵਿਸ਼ਵਾਸ ਸੀ ਕਿ ਮੈਂ ਨਹੀਂ ਕਿਸੇ ਦੇ ਦਰ 'ਤੇ ਮੰਗਣ ਜਾਣਾ, ਆਪੇ ਵਿਸ਼ਨੂੰ ਮਹਾਰਾਜ ਭੇਜਣਗੇ। ਗੱਲ ਤਾਂ ਵਿਸ਼ਵਾਸ ਦੀ ਹੈ। 7 ਦਿਨ ਕਿਸੇ ਨੇ ਪਿੰਡ ਦਾ ਕੋਈ ਬੰਦਾ ਆਏ ਹੀ ਨਹੀਂ ਉਹਨੂੰ ਕੋਈ ਰੋਟੀ ਪਾਣੀ ਖਵਾਉਣ। ਉਹ ਬੈਠਾ। ਜਿਹੜੇ ਦ੍ਰਿੜ ਵਿਸ਼ਵਾਸੀ ਨੇ ਉਹ ਡੋਲ ਰਹਿੰਦੇ ਨੇ, ਉਹ ਡੋਲਦੇ ਨਹੀਂ ਹੈਗੇ। ਉਹਨਾਂ ਨੂੰ ਵਿਸ਼ਵਾਸ ਹੁੰਦਾ ਕਿ ਜਿਹਦੀ ਮੈਂ ਭਜਨ ਬੰਦਗੀ ਕਰਦਾ ਆਪੇ ਮੈਨੂੰ ਖਾਣ ਨੂੰ ਦੇਵੇਗਾ, ਔਰ ਜਿੱਥੇ ਬੈਠੇ ਇੱਥੇ ਦੇਵੇਗਾ। ਉੱਠ ਕੇ ਗਏ ਅਤੇ ਕਿਹਾ ਗਏ ਬਈ, ਫਿਰ ਤਾਂ ਮੰਗਤਾ ਹੋ ਗਿਆ ਨਾ, ਬੰਦਾ ਮੰਗਣ ਤੁਰ ਪਿਆ ਹੈ। ਸਾਧ ਮੰਗਤਾ ਨਹੀਂ ਹੁੰਦਾ, ਅਤੇ ਜਿਹੜਾ ਮੰਗਤਾ ਹੁੰਦਾ ਉਹ ਸਾਧ ਨਹੀਂ ਹੁੰਦਾ, ਭਾਵੇਂ ਸਾਧੂ ਵਾਲੇ ਨੇ ਕੱਪੜੇ ਪਾਏ ਹੋਣ। ਸਾਧੂ ਮੰਗਣ ਨਹੀਂ ਜਾਂਦਾ, ਯਾਦ ਰੱਖਣਾ। ਅਤੇ ਜਿਹੜਾ ਤੁਹਾਡੇ ਦਰ 'ਤੇ ਮੰਗਣ ਆ ਜਾਏ ਉਹ ਸਾਧ ਨਹੀਂ ਹੁੰਦਾ। ਇਹ ਵੀ ਖਿਆਲ ਰੱਖਣਾ। ਤੁਹਾਡੀ ਮਰਜ਼ੀ ਉਸਨੂੰ ਦਿਓ, ਤੁਹਾਡੀ ਮਰਜ਼ੀ ਨਾ ਦਿਓ। 7 ਦਿਨ ਬੀਤ ਗਏ। ਵਿਸ਼ਨੂੰ ਭਗਵਾਨ ਨੂੰ ਗੁੱਸਾ ਚੜ੍ਹਿਆ। ਉਹਨੇ 2 ਬੰਦੇ ਭੇਜੇ ਮਸ਼ਾਲਾਂ ਦੇ ਕੇ। ਕਦੇ ਦੇਖੀ ਹੋਣੀ ਹੈ ਤੁਸੀਂ, ਉਹ 'ਚ ਵੜੇਵੇਂ ਅਤੇ ਤੇਲ ਤੂਲ ਪਾਇਆ ਹੁੰਦਾ ਕਿ ਉਹ ਬਹੁਤ ਦੇਰ ਉਹ ਬੁੱਝਦੀ ਨਹੀਂ ਹਵਾ ਨਾਲ ਵੀ। ਮਸ਼ਾਲ ਹੁੰਦੀ ਜੋ ਕਿ ਸਾਰੇ ਪਿੰਡ ਨੂੰ ਫੂਕ ਦਿਓ। ਅੱਜ ਜਾ ਰਹੇ ਜੀ, ਰਾਹ 'ਚ ਉਹ ਸਾਧ ਬੈਠਾ, ਉਹਨੂੰ ਪਤਾ ਲੱਗ ਗਿਆ ਵੀ ਇਹ ਕਿੱਥੇ ਚੱਲੇ ਨੇ। ਉਹ ਕਹਿੰਦੇ ਵੀ ਤੁਸੀਂ ਕਿੱਥੇ ਚੱਲੇ ਹੋ?
ਕਹਿੰਦੇ ਸਾਨੂੰ ਵਿਸ਼ਨੂੰ ਮਹਾਰਾਜ ਨੇ ਭੇਜਿਆ ਕਾਹਦੇ ਲਈ? ਵਿਸ਼ਨੂੰ ਮਹਾਰਾਜ ਕਹੇ ਮੇਰਾ ਇੱਕ ਭਗਤ ਬੈਠਾ 7 ਦਿਨਾਂ ਦਾ ਭੁੱਖਾ ਬੈਠਾ, ਪਿੰਡ ਵਾਲਿਆਂ ਨੂੰ ਖਾਣ ਨੂੰ ਕੁਛ ਨਹੀਂ ਦਿੱਤਾ, ਜੋ ਮਸ਼ਾਲਾ ਲੈ ਸਾਰਾ ਪਿੰਡ ਫੂਕਿਓ। ਉਹ ਕਦੇ ਇੱਕ ਮੈਨੂੰ ਵੀ ਦੇ ਦਿਓ, ਮੈਂ ਵੀ ਚੱਲਦਾ ਤੁਹਾਡੇ ਨਾਲ। ਚਲੋ ਉਹਨਾਂ ਨੇ ਇੱਕ ਮਿਸਾਲ ਉਸ ਸਾਧ ਨੂੰ ਦਿੱਤੀ। ਸਾਧ ਕਹਿੰਦਾ ਸੁਣੋ ਏ, ਜੇ ਤੁਸੀਂ ਪਿੰਡ ਨੂੰ ਫੂਕਿਆ ਨਾ ਮੈਂ ਤੁਹਾਨੂੰ ਫੂਕ ਦੇਣਾ। ਉਹ ਕਹਿੰਦਾ ਯਾਰ ਕਮਾਲ ਦਾ ਬੰਦਾ ਤੂੰ। ਕਹਿੰਦਾ ਜਾ ਕੇ ਵਿਸ਼ਨੂੰ ਮਹਾਰਾਜ ਨੂੰ ਕਹਿ ਦਿਓ, ਉਹ ਤੁਹਾਡੀ ਭਗਤੀ ਕਰਦਾ, ਉਹਨੇ ਲੋਕਾਂ ਲਈ ਤਾਂ ਕੁਛ ਕੀਤਾ ਹੀ ਨਹੀਂ, ਲੋਕ ਕਿਉਂ ਦੇ ਕੇ ਜਾਣ? ਮੈਂ ਤਾਂ ਲੋਕਾਂ ਲਈ ਕੁਛ ਕੀਤਾ ਹੀ ਨਹੀਂ, ਮੈਂ ਤਾਂ ਵਿਸ਼ਨੂੰ ਮਹਾਰਾਜ ਦੀ ਭਗਤੀ ਕਰਦਾ। ਹੁਣ ਜਾ ਕਹਿ ਦਿਓ ਕਿ ਮੈਂ ਤੁਹਾਡੀ ਭਜਨਬੰਦੀ ਕਰਦਾ, ਤੁਸੀਂ ਮੈਨੂੰ ਖਾਣ ਨੂੰ ਦੇਣਾ। ਇਹਨਾਂ ਲੋਕਾਂ ਦਾ ਕੀ ਕਸੂਰ ਹੈ? ਭੱਜੋ ਕਦੇ ਵਾਪਸ। ਚਲੇ ਗਏ ਜੀ। ਵਿਸ਼ਨੂੰ ਮਹਾਰਾਜ ਕੇ ਸਾੜ ਆਏ ਉਹ? ਕਹਿੰਦੇ ਕਿੱਥੇ? ਆਹ ਗੱਲ ਹੋਈ। ਕਹਿੰਦਾ ਹਾਂ, ਉਹਨੂੰ ਮੇਰੇ 'ਤੇ 100% ਵਿਸ਼ਵਾਸ ਹੈ। ਅਤੇ ਭਗਵਾਨ ਨੂੰ ਫਿਰ ਕੀ ਦੇਰ ਲੱਗ ਦਿੰਦੇ? ਪਿੰਡ ਵਾਲੇ ਦੀ ਘੁੰਡੀ ਦਿੱਤੀ, ਰਾਤੇ ਰਾਤ ਮਰੋੜ, ਅਤੇ ਸਵੇਰ ਨੂੰ ਕੋਈ ਖੀਰ ਲੈ ਕੇ ਆ ਰਿਹਾ, ਕੋਈ ਪਰੌਂਠੇ ਲੈ ਕੇ ਆ ਰਿਹਾ, ਕੋਈ ਲੈ ਕੇ, ਬੱਲੇ 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 ਹੋ ਗਈ। ਇਹ ਹੈ ਵਿਸ਼ਵਾਸ। ਹੁਣ ਇੰਨਾ ਵਿਸ਼ਵਾਸ ਹੋਵੇ ਤਾਂ ਪਰਮਾਤਮਾ ਭੇਜਦਾ। ਅਤੇ ਜੇ ਅੱਧੇ ਕੁ ਦਿਨ ਬਾਅਦ ਕਹਿਣਾ ਭੁੱਖ ਲੱਗੀ ਆ, ਰੱਬ ਨੇ ਭੇਜਿਆ ਕੁਛ ਨਹੀਂ, ਉਹ ਕਹਿੰਦੇ ਇਹੀ ਤਾਂ ਤੈਨੂੰ ਦੇਖਣਾ, ਦੇਖ ਅਜੇ ਢਿੱਡ ਚੂਹੇ ਨੱਚੀ ਜਾਣਦੇ। ਹਾਂ ਬੈਠਾ ਰਿਹਾ, ਵਿਸ਼ਵਾਸ ਰੱਖ ਭੇਜੇਗਾ ਉਹ। ਸੋ ਗੱਲ ਤਾਂ ਸਾਰੀ ਵੀ ਧਰਮ ਵਿਸ਼ਵਾਸ 'ਤੇ ਖੜ੍ਹਾ, ਯਾਦ ਰੱਖਣਾ। ਧਰਮ ਤਰਕ 'ਤੇ ਨਹੀਂ ਖੜ੍ਹਾ ਹੈ, ਇਹ ਵਿਸ਼ਵਾਸ 'ਤੇ ਖੜ੍ਹਾ। ਅੱਗੇ ਸ਼੍ਰੀ ਰਾਗ ਮਹਿਲਾ ਤੀਜਾ। ਸੁਖ ਸਾਗਰ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਅਣ ਦਿਨ ਨਾਮ ਧਿਆਈਏ, ਸਹਿਜੇ ਨਾਮ ਸਮਾਏ। ਅੰਦਰ ਰਚੈ ਹਰ ਸੱਚ ਸਿਉ, ਰਸਨਾ ਹਰ ਗੁਣ ਗਾਏ। ਤੀਸਰੇ ਪਾਤਸ਼ਾਹ ਕਹਿੰਦੇ ਸੁਖ ਸਾਗਰ ਹਰ ਨਾਮ ਹੈ। ਹਰੀ ਦਾ ਨਾਮ ਸੁੱਖਾਂ ਦਾ ਸਮੁੰਦਰ ਹੈ। ਸਾਗਰ ਤਾਂ ਸਮੁੰਦਰ ਤੋਂ ਵੀ ਵੱਡਾ ਹੁੰਦਾ। ਸਮੁੰਦਰ ਨੂੰ ਇੰਗਲਿਸ਼ ਕਹਿੰਦੇ SEA, ਸੀ ਮੈਨੇ ਸਮੁੰਦਰ। ਸਾਗਰ ਨੂੰ ਇੰਗਲਿਸ਼ ਕਹਿੰਦੇ ਓਸ਼ਨ। ਜਿਹੜਾ ਬਹੁਤ ਵੱਡਾ ਸਮੁੰਦਰ ਹੋਵੇ ਉਹਨੂੰ ਕਹਿੰਦੇ ਨੇ ਸਾਗਰ। ਜਿਵੇਂ ਦੇਖੋ ਪ੍ਰਸ਼ਾਂਤ ਮਹਾਸਾਗਰ, ਜਿਹੜਾ ਅਮਰੀਕਾ ਦੇ ਇੱਧਰ ਵੀ ਅਤੇ ਇੱਧਰ ਵੀ ਦੋਨੋਂ ਪਾਸੇ ਹਜ਼ਾਰਾਂ ਮੀਲਾਂ ਤੱਕ ਫੈਲਿਆ ਹੋਇਆ ਹੈ, ਸਭ ਤੋਂ ਵੱਡਾ ਸਮੁੰਦਰ ਹੈ, ਉਹ ਸਾਗਰ ਕਹਿਲਾਉਂਦੇ ਨੇ। ਉਹਨੂੰ ਓਸ਼ਨ ਕਹਿੰਦੇ ਇੰਗਲਿਸ਼ 'ਚ। ਜਿਹੜੇ ਛੋਟੇ ਹੁੰਦੇ ਨੇ ਉਹਨਾਂ ਨੂੰ ਸਮੁੰਦਰ ਕਹਿੰਦੇ ਨੇ। ਇਹ ਸਾਗਰ ਹੈ, ਸੁੱਖਾਂ ਦਾ ਸਾਗਰ ਹੈ ਹਰੀ ਦਾ ਨਾਮ। ਹੁਣ ਕੋਈ ਵਿਸ਼ਵਾਸ ਲਿਆਵੇ ਅਤੇ ਤਾਂ ਹੀ ਗੱਲ ਬਣੇ ਨਾ। ਜੇ ਕਿਤੇ ਗੁਰੂਵਾਰ ਕਿਰਪਾ ਕਰ ਦੇਣ, ਕਿਸੇ ਸਿੱਖ ਨੂੰ ਵਿਸ਼ਵਾਸ ਆ ਜਾਏ ਕਿ ਪਰਮਾਤਮਾ ਦਾ ਨਾਮ ਸੁੱਖਾਂ ਦਾ ਸਾਗਰ ਹੈ, ਅਤੇ ਅਗਲਾ ਕਹਿੰਦਾ ਮੈਂ ਜ਼ਰੂਰੀ ਦੁਖੀ ਹੋਣਾ, ਦਿਨ ਰਾਤ ਨਾਮ ਜਪੀ ਜਾਏਗਾ, ਬਸ ਫਿਰ ਲੱਗ ਜਾਏਗਾ ਵੀ ਹਾਂ ਮੈਂ ਸੁਖੀ ਹੋ ਕੇ ਹੀ ਰਹਿਣਾ। ਇਹ ਨਹੀਂ ਕਿ ਹੁਣ ਸੁੱਖ ਤਾਂ ਮਾਇਆ ਨਾਲ ਹੀ ਮਿਲਦਾ ਹੈ। ਇਹ ਨਹੀਂ ਕਿ ਉਹ ਭੁੱਖਾ ਨੰਗਾ ਰਹੇਗਾ, ਉਹ ਭੁੱਖਾ ਨੰਗਾ ਨਹੀਂ ਰਹੇਗਾ। ਨਾਮ ਜਪਣ ਵਾਲਾ ਭੁੱਖਾ ਨੰਗਾ ਰਹਿ ਹੀ ਨਹੀਂ ਸਕਦਾ। ਭੁੱਖਾ ਬੰਦਾ ਸੁਖੀ ਹੋ ਹੀ ਨਹੀਂ ਸਕਦਾ। ਗਰੀਬ ਬੰਦਾ ਕਦੇ ਸੁਖੀ ਹੁੰਦਾ? ਭੁੱਖਾ ਨੰਗਾ ਸੁਖੀ ਨਹੀਂ ਹੋ ਸਕਦਾ। ਅਤੇ ਪਰਮਾਤਮਾ ਦਾ ਨਾਮ ਤਾਂ ਸੁੱਖਾਂ ਦਾ ਸਾਗਰ ਹੈ, ਇਸ ਲਈ ਉਹਨੇ ਨਾਮ ਜਪਣ ਵਾਲੇ ਅਮੀਰ ਕਰਨਾ ਹੀ ਕਰਨਾ। ਉਹਨੂੰ ਖਾਣ ਪੀਣ ਪਹਿਨਣ ਦੀ ਕੋਈ ਕਮੀ ਨਹੀਂ ਰਹਿਣ ਦਿੰਦਾ ਪਰਮਾਤਮਾ। ਸਾਡੇ ਤੋਂ ਜਪ ਹੀ ਨਹੀਂ ਹੁੰਦਾ। ਇਹ ਚਾਹੇ ਮੈਂ ਹਾਂ ਚਾਹੇ ਤੁਸੀਂ ਹੋ। ਇਸ ਵੇਲੇ ਤਾਂ ਐਂ ਲੱਗਦਾ ਚੱਕ ਫਟੇ ਦਿਆਂਗੇ। ਆ ਘੰਟੇ 2 ਘੰਟੇ ਜਿਹੋ ਜਿਹੇ ਤੁਸੀਂ ਉਹੋ ਜਿਹੇ ਮੈਂ ਹਾਂ, ਸਭ ਭੁੱਲ ਭੁਲਾ ਜਾਣਾ। ਭੁੱਲ ਭੁਲਾ ਹਾਏ ਹਾਏ ਕਰੀ ਜਾਣਾ, ਪਰ ਉਸ ਸੁੱਖਾਂ ਦੇ ਸਾਗਰ ਨੂੰ ਨਹੀਂ ਜਪਣਾ, ਉਹਨੂੰ ਨਹੀਂ ਜਪਣਾ। ਆ ਦੇਖੋ, ਅਸੀਂ ਤੁਸੀਂ ਨਹੀਂ ਕਹਿ ਰਹੇ, ਗੁਰੂ ਮਹਾਰਾਜ ਕਹਿ ਰਹੇ। ਕੋਈ ਵਿਦਵਾਨ ਕਹੇ, ਪੜ੍ਹਿਆ ਲਿਖਿਆ ਬੰਦਾ ਕਹੇ, ਆਪਾਂ ਉਸ 'ਤੇ ਡਾਊਟ ਕਰ ਸਕਦੇ ਹਾਂ। ਗੁਰੂ 'ਤੇ ਹੁਣ ਸਿੱਖ ਕਿਵੇਂ ਡਾਊਟ ਕਰ ਸਕਦਾ ਹੈ?
ਸਿਆਣੇ ਕਹਿੰਦੇ ਜਿਹਨੂੰ ਗੁਰੂ 'ਤੇ ਸ਼ੰਕਾ ਹੈ ਨਾ, ਉਹ ਸਮਝੋ ਐਸੀ ਕਿਸ਼ਤੀ ਵਿੱਚ ਬੈਠਾ ਹੋਇਆ ਹੈ ਜਿਸ 'ਚ ਉਹਨੇ ਆਪ ਹੀ ਮੋਰੀ ਕਰ ਲਈ ਹੈ। ਅਤੇ ਜਦ ਅਸੀਂ ਕਿਸ਼ਤੀ 'ਚ ਆਪ ਹੀ ਮੋਰੀ ਕਰ ਲਾਂਗੇ ਤਾਂ ਕਿਸ਼ਤੀ ਪਾਣੀ ਭਰੇਗਾ ਅਤੇ ਅਸੀਂ ਡੁੱਬਾਂਗੇ। ਗੁਰੂ 'ਤੇ ਕੋਈ ਸ਼ੰਕਾ ਨਹੀਂ ਕਰਨੀ, ਬਾਣੀ 'ਤੇ ਕੋਈ ਸ਼ੰਕਾ ਨਹੀਂ ਕਰਨੀ, ਤਾਂ ਸਾਨੂੰ ਇਹੀ ਬਾਣੀ ਦੂਜੇ ਬੰਨੇ ਲਾ ਦੇਗੀ। ਸੁਖ ਸਾਗਰ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਇਹ ਜਿਹੜਾ ਹਰੀ ਦਾ ਨਾਮ ਹੈ, ਇਹ ਗੁਰੂ ਦੇ ਰਾਹੀਂ ਮਿਲਦਾ ਹੈ। ਨਾਮ ਗੁਰੂ ਰਾਹੀਂ ਮਿਲਣਾ ਹੈ, ਜਪਣਾ ਅਸੀਂ ਹੈ, ਫਿਰ ਉਹ ਸੁੱਖਾਂ ਦਾ ਸਾਗਰ ਪਰਮਾਤਮਾ ਸਾਨੂੰ ਮਿਲ ਪਏਗਾ। ਅਣਦਿਨ ਨਾਮ ਧਿਆਈਏ, ਦਿਨ ਰਾਤ ਨਾਮ ਜਪੀ ਜਾਣਾ ਚਾਹੀਦਾ। ਸਹਿਜੇ ਨਾਮ ਸਮਾਏ, ਫਿਰ ਸਹਿਜੇ ਮਨੁੱਖ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ। ਜਿਹੜਾ ਨਾਮ 'ਚ ਲੀਨ ਹੋ ਗਿਆ, ਸਮਝੋ ਨਾਮੀ ਵਿੱਚ ਲੀਨ ਹੋ ਗਿਆ, ਕਿਉਂਕਿ ਨਾਮ ਅਤੇ ਨਾਮੀ 'ਚ ਕੋਈ ਫਰਕ ਨਹੀਂ ਹੁੰਦਾ। ਨਾਮ ਮਿਲ ਗਿਆ ਹੈ, ਸਮਝੋ ਨਾਮੀ ਮਿਲ ਗਿਆ ਹੈ, ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ। ਅੰਦਰ ਰਚੈ ਹਰ ਸੱਚ ਸਿਉ, ਰਸਨਾ ਹਰ ਗੁਣ ਗਾਏ। ਉਹ ਰਸਨਾ ਦੇ ਨਾਲ ਹਰੀ ਦੇ ਗੁਣ ਗਾਉਂਦਾ ਰਹਿੰਦਾ, ਗਾਉਂਦਾ ਰਹਿੰਦਾ। ਫਿਰ ਉਹਦੇ ਜਿਹੜਾ ਮਨ ਹੈ ਨਾ, ਉਹ ਪਰਮਾਤਮਾ ਦੇ ਨਾਲ ਰਚ ਵਿੱਚ ਜਾਂਦਾ, ਉਹਦੇ ਨਾਲ ਮਿਲ ਜਾਂਦਾ ਹੈ। ਜਿਹੜਾ ਪਰਮਾਤਮਾ ਦੇ ਗੁਣ ਗਾਈ ਜਾਂਦਾ, ਨਾਮ ਜਪੀ ਜਾਂਦਾ, ਜਪੀ ਜਾਂਦਾ, ਬਾਣੀ ਪੜ੍ਹੀ ਜਾਂਦਾ, ਬਾਣੀ ਗਾਈ ਜਾਂਦਾ, ਬਾਣੀ ਦੇ ਵਿਚਾਰ ਕਰੀ ਜਾਂਦਾ ਹੈ, ਇੱਕ ਦਿਨ ਉਹ ਪਰਮਾਤਮਾ ਦੇ ਨਾਲ ਰਚ ਵਿੱਚ ਜਾਂਦਾ ਹੈ, ਇੱਕ ਰੂਪ ਹੋ ਜਾਂਦਾ। ਭਾਈ ਰੇ ਜਗ ਦੁਖੀਆ ਦੂਜੈ ਭਾਏ, ਗੁਰ ਸ਼ਰਨਾਈ ਸੁਖ ਲਹੈ, ਅਣਦਿਨ ਨਾਮ ਧਿਆਏ। ਭਾਈ ਰੇ, ਹੇ ਭਰਾਵਾ, ਜਗ ਦੁਖੀਆ ਦੂਜੈ ਭਾਏ। ਭਾਏ ਹੁੰਦਾ ਪਿਆਰ। ਰੱਬ ਨੂੰ ਛੱਡ ਕੇ ਕਿਸੇ ਹੋਰ ਨੂੰ ਪਿਆਰ ਕਰਨਾ। ਧਰਮ ਦੇ ਵਿੱਚ ਇੱਕ ਰੱਬ ਹੈ ਅਤੇ ਦੂਜੀ ਮਾਇਆ ਹੈ, ਬਸ, ਤੀਜਾ ਕੋਈ ਨਹੀਂ। ਸੰਸਾਰ 'ਚ ਇੱਕ ਪਰਮਾਤਮਾ ਹੈ, ਦੂਜਾ ਜੋ ਦਿਸ ਰਿਹਾ ਇਸ ਨੂੰ ਧਰਮ ਕਹਿੰਦੇ ਮਾਇਆ। ਅਸੀਂ ਵੀ ਮਾਇਆ ਹਾਂ, ਇਹ ਚੀਜ਼ਾਂ ਵੀ ਮਾਇਆ ਨੇ। ਜੋ ਇਹਨਾਂ ਅੱਖਾਂ ਨਾਲ ਦਿਸ ਰਿਹਾ ਹੈ, ਧਰਮ ਕਹਿੰਦਾ ਮਾਇਆ ਹੈ। ਇੱਕ ਰੱਬ ਹੈ, ਦੂਜੀ ਮਾਇਆ ਹੈ। ਇਸ ਲਈ ਅਸੀਂ ਮਾਇਆ ਦੇ ਪੁੱਤਰ ਹਾਂ। ਈਵਨ ਜਿਹੜੇ ਦੇਵਤੇ ਵੀ ਨੇ, ਏਕਾ ਮਾਈ ਜੁਗਤ ਵਿਆਈ, ਉਹ ਵੀ ਮਾਇਆ ਦੇ ਪੁੱਤਰ ਨੇ, ਉਹ ਮਾਇਆ ਦੇ ਪੁੱਤਰ ਨੇ। ਰੱਬ ਤੋਂ ਬਿਨਾਂ ਜੋ ਕੁਛ ਵੀ ਹੈ ਸਭ ਮਾਇਆ ਹੈ। ਇਹਨੂੰ ਕਹਿੰਦੇ ਦੂਜੇ ਪਾਏ। ਰੱਬ ਨੂੰ ਛੱਡ ਕੇ ਕਿਸੇ ਹੋਰ ਨੂੰ ਪਿਆਰ ਕਰਨਾ ਕਹਿੰਦੇ ਦੂਜੇ ਪਾਏ ਹੈ। ਸੰਸਾਰ ਦੁਖੀ ਕਿਉਂ ਹੈ? ਭਾਈ ਰੇ ਜਗ ਦੁਖੀਆ ਦੂਜੇ ਪਾਏ। ਜਗ ਇਸ ਲਈ ਦੁਖੀ ਹੈ ਕਿ ਰੱਬ ਨੂੰ ਪਿਆਰ ਨਹੀਂ ਕਰਦਾ, ਹੋਰ ਕਿਸੇ ਨੂੰ ਪਿਆਰ ਕਰਦਾ। ਇਹ ਰੱਬ ਨੂੰ ਪਿਆਰ ਨਹੀਂ ਕਰਦਾ, ਹੋਰ ਕਿਸੇ ਨੂੰ ਪਿਆਰ ਕਰਦਾ। ਅਤੇ ਜੇ ਜਿਹਨੂੰ ਪਿਆਰ ਕਰਦਾ ਉਹਨੇ ਸਦਾ ਨਹੀਂ ਰਹਿਣਾ। ਜਿਸ ਨੂੰ ਇਹ ਪਿਆਰ ਕਰਦਾ, ਚਾਹੇ ਮਾਇਆ ਹੈ, ਚਾਹੇ ਮਨੁੱਖ ਹੈ, ਚਾਹੇ ਚੀਜ਼ ਹੈ, ਉਹਨੇ ਸਦਾ ਨਹੀਂ ਰਹਿਣਾ। ਜਦੋਂ ਉਹਨੇ ਸਦਾ ਨਹੀਂ ਰਹਿਣਾ, ਫਿਰ ਇਹਨੇ ਦੁਖੀ ਹੋਣਾ, ਇਹਨੇ ਦੁਖੀ ਹੋਣਾ। ਰੱਬ ਨੇ ਸਦਾ ਹੀ ਰਹਿਣਾ, ਇਸ ਲਈ ਬੰਦੇ ਨੂੰ ਦੁਖੀ ਹੋਣ ਦੀ ਲੋੜ ਹੀ ਨਹੀਂ। ਵਿਛੋੜਾ ਹੀ ਨਹੀਂ ਪੈਣਾ, ਵਿਛੋੜਾ ਨਹੀਂ ਪੈਣਾ। ਰੱਬ ਨੂੰ ਪਿਆਰ ਨਹੀਂ ਕਰਦਾ, ਰੱਬ ਨੂੰ ਛੱਡ ਕੇ ਹੋਰਾਂ ਨੂੰ ਪਿਆਰ ਕਰਦਾ, ਇਸ ਲਈ ਦੁੱਖ ਹੈ। ਕਿਉਂਕਿ ਜਿਹਨੂੰ ਪਿਆਰ ਕਿਹਾ ਉਹ ਤਾਂ ਆਪ ਦੁਖੀ ਹੈ, ਉਹ ਤਾਂ ਆਪ ਦੁਖੀ ਹੈ। ਨਾਨਕ ਦੁਖੀ ਹੈ ਸਭ ਸੰਸਾਰ, ਉਹ ਤਾਂ ਆਪ ਦੁਖੀ ਹੈ। ਗੁਰ ਸ਼ਰਨਾਈ ਸੁਖ ਲਹੈ, ਅਣਦਿਨ ਨਾਮ ਧਿਆਏ। ਹੇ ਭਾਈ, ਤੂੰ ਗੁਰੂ ਦੀ ਸ਼ਰਨ 'ਚ ਆ ਜਾ, ਫਿਰ ਤੂੰ ਦਿਨ ਰਾਤ ਨਾਮ ਜਪੇਂਗਾ, ਸੁਖ ਲਹੈ, ਫਿਰ ਤੈਨੂੰ ਸੁਖ ਦੀ ਪ੍ਰਾਪਤੀ ਹੋ ਜਾਏਗੀ। ਗੁਰੂ ਦੀ ਸ਼ਰਨ 'ਚ ਆ। ਸ਼ਰਨ ਕੀ ਹੁੰਦੀ ਹੈ? ਜਿਸ ਦੀ ਸ਼ਰਨ 'ਚ ਜਾਓਗੇ, ਇਹਦਾ ਮਤਲਬ ਹੁਣ ਉਹਦੀ ਗੱਲ ਮੰਨਣੀ ਪਵੇਗੀ।
ਪਾਕਿਸਤਾਨ ਤੋਂ ਜਦੋਂ ਅਸੀਂ ਆਏ ਹਿੰਦੁਸਤਾਨ 'ਚ, ਸਾਨੂੰ ਸ਼ਰਨਾਰਥੀ ਕਹਿੰਦੇ ਸਨ, ਜਿਹਨੂੰ ਅੰਗਰੇਜ਼ ਕਹਿੰਦੇ ਰਿਫਿਊਜੀ, ਜਿਹਨੂੰ ਕਹਿੰਦੇ ਰਿਫਿਊਜੀ। ਅਤੇ ਇੱਧਰ ਮਾਲਵੇ ਵਾਲਿਆਂ ਨੂੰ ਇੰਗਲਿਸ਼ ਤਾਂ ਆਉਂਦੀ ਨਹੀਂ ਸੀ, ਕਹਿੰਦੇ ਇਹ ਫਰੂਜੀਏ ਨੇ, ਸਾਨੂੰ ਕਹਿੰਦੇ ਸੀ ਇਹ ਫਰੂਜੀਏ ਨੇ, ਵੀ ਰਿਫਿਊਜੀ ਨੇ। ਰਿਫਿਊਜ ਹੁੰਦਾ ਸ਼ਰਨ ਲੈਣਾ, ਰਿਫਿਊਜੀ ਜਿਹਨੇ ਸ਼ਰਨ ਲਈ ਹੈ। ਸੋ ਅਸੀਂ ਸ਼ਰਨਾਰਥੀ ਸੀ। ਇੱਧਰ ਦੀ ਸਰਕਾਰ ਦੀ ਮਰਜ਼ੀ ਸੀ, ਜੇ ਮਰਜ਼ੀ ਸਾਡੇ ਨਾਲ ਵਿਹਾਰ ਕਰਦੀ, ਸਾਡਾ ਕਿਹੜਾ 'ਤੇ ਜ਼ੋਰ ਸੀ। ਹੁਣ ਸ਼ਰਨ 'ਚ ਸੀ ਅਸੀਂ। ਜਦੋਂ ਬੰਦਾ ਕੋਈ ਸ਼ਰਨਾਰਥੀ ਉਹਦਾ, ਜਿਹਦੀ ਸ਼ਰਨ 'ਚ ਗਿਆ ਉਹਦਾ ਹੁਕਮ ਚੱਲੂਗਾ। ਹੁਣ ਤੁਹਾਡਾ ਨਹੀਂ ਚੱਲੇਗਾ, ਤੁਹਾਡੀ ਮਰਜ਼ੀ ਨਹੀਂ ਚੱਲੇਗੀ। ਜਿਹਦੀ ਸ਼ਰਨ 'ਚ ਗਏ ਉਹਦੀ ਮਰਜ਼ੀ ਚੱਲੇਗੀ। ਅਤੇ ਜਦੋਂ ਗੁਰੂ ਦੀ ਸ਼ਰਨ ਚਲੇ ਗਏ, ਫਿਰ ਗੁਰੂ ਦੀ ਮਰਜ਼ੀ ਚੱਲੇਗੀ। ਗੁਰੂ ਕਹੇਗਾ ਆਹ ਕਰ, ਆਹ ਕਰ, ਆਹ ਨਾ ਕਰ, ਉਸੇ ਤਰੀ ਕਰਨਾ ਪਏਗਾ, ਇਸੇ ਕਰਨਾ ਪਏਗਾ। ਤਾਂ ਕਹਿੰਦੇ ਗੁਰ ਸ਼ਰਨਾਈ ਸੁਖ ਲਹੈ, ਅਣ ਦਿਨ ਨਾਮ ਧਿਆਏ। ਅਤੇ ਗੁਰੂ ਕੀ ਕਹੇਗਾ? ਦਿਨ ਰਾਤ ਨਾਮ ਜਪ, ਦਿਨ ਰਾਤ ਨਾਮ ਜਪ। ਹੁਣ ਉਹਦੀ ਸ਼ਰਨ 'ਚ ਚਲੇ ਗਿਆ, ਮੰਨ ਰਿਹਾ, ਦਿਨ ਰਾਤ ਨਾਮ ਜਪਦਾ, ਕਹਿ ਤੈਨੂੰ ਸੁੱਖ ਮਿਲ ਜਾਏਗਾ। ਕਿਉਂਕਿ ਨਾਮ ਤੋਂ ਬਿਨਾਂ ਤਾਂ ਸੁੱਖ ਹੈ ਹੀ ਨਹੀਂ। ਪੰਜ ਪਾਤਸ਼ਾਹ ਨੇ ਤਾਤੀ ਕੱਢਦੇ, ਉਹਨਾਂ ਦੀ ਗੱਲ ਹੀ ਨਿਬੜੇ, ਸੁੱਖ ਨਾ ਹੀ ਰੇ ਹਰ ਭਗਤ ਬਿਨਾਂ, ਹਰੀ ਦੀ ਭਗਤੀ ਦੇ ਬਿਨਾਂ ਸੁੱਖ ਹੀ ਨਹੀਂ। ਨਿਰੇ ਨਹੀਂ ਗੱਲ ਨੂੰ ਪੜ੍ਹੀ ਜਾਣ ਨਾਲ ਕਿਆ ਬਣ ਜਾਏਗਾ, ਜਿਨ੍ਹਾਂ 'ਚ ਅਸੀਂ ਮੰਨਦੇ ਨਹੀਂ ਹੈਗੇ। ਮੰਨੀ ਗੱਲ ਬਣੇਗੀ ਨਾ। ਜ਼ਿੰਦਗੀ 'ਚ ਪਰਿਵਰਤਨ ਮੰਨਣ ਨਾਲ ਆਉਂਦਾ ਹੈ, ਨਿਰਾ ਪੜ੍ਹਨ ਦੇ ਨਾਲ ਤਾਂ ਗਿਆਨ ਹੁੰਦਾ ਹੈ। ਗਿਆਨ ਉਹੀ ਲਾਭਦਾਇਕ ਹੁੰਦਾ ਜਿਸ ਨੂੰ ਜੀਵਨ 'ਚ ਵਰਤਿਆ ਜਾਵੇ। ਜੇ ਗਿਆਨ ਨੂੰ ਅਸੀਂ ਵਰਤਨੇ ਨਹੀਂ, ਉਸ ਗਿਆਨ ਤੋਂ ਕਿਆ ਕਰਾਉਣਾ, ਉਸ ਨੂੰ ਕੀ ਕਰਾਉਣਾ। ਮੈਨੂੰ ਬਾਣੀ ਪੜ੍ਹ ਕੇ ਗਿਆਨ ਤਾਂ ਹੋ ਗਿਆ ਹੈ, ਮੈਂ ਉਸ ਗਿਆਨ ਸੰਸਾਰ ਜੀਵਨ ਹੀ ਨਹੀਂ ਜਿਉਂਦਾ, ਫਿਰ ਕਿਆ ਉਸ ਗਿਆਨ ਨੂੰ ਕਰੋਗੇ ਜੀ। ਠੀਕ ਹੈ, ਲੋਕ ਕਹਿੰਦੇ ਬਾਬਾ ਜੀ ਬੜੇ ਗਿਆਨਵਾਨ ਨੇ ਜੀ, ਬੜੀ ਬਾਣੀ ਯਾਦ ਹੈ ਜੀ, ਬੜਾ ਫਲਾਉਣਾ ਹੈ ਜੀ, ਇੰਨੇ ਹੋਏਗਾ ਹੋਰ ਕਿਆ। ਮੈਂ ਜਿੱਥੇ ਖੜਾ ਉੱਥੇ ਦੇ ਖੜਾ ਰਹਿ ਜਾਂਗਾ। ਸੋ ਇਸ ਲਈ ਠੀਕ ਹੈ, ਗਿਆਨ ਸਾਡਾ ਆਦਰ ਮਾਣ ਕਰਾਉਂਦਾ। ਕਿਉਂ? ਨੌਲੇਜ ਇਜ਼ ਪਾਵਰ, ਇੰਗਲਿਸ਼ ਵਾਲੇ ਕਹਿੰਦੇ। ਗਿਆਨ 'ਚ ਤਾਕਤ ਹੁੰਦੀ ਹੈ, ਇਸ 'ਚ ਕੋਈ ਸ਼ੱਕ ਨਹੀਂ। ਗਿਆਨ ਦੇ ਨਾਲ ਦੂਜਿਆਂ ਨੂੰ ਬੰਦਾ ਝੁਕਾ ਦਿੰਦਾ ਹੈ, ਗਿਆਨ ਦੇ ਨਾਲ ਦੂਜਿਆਂ ਨੂੰ ਆਪਣੀ ਗੱਲ ਮੰਨਵਾ ਲੈਂਦਾ ਹੈ। ਗੁਰੂਆਂ ਨੂੰ ਗਿਆਨ ਹੈ, ਇਸ ਲਈ ਸਿੱਖ ਨੂੰ ਜਦੋਂ ਗਿਆਨ ਦਿੰਦੇ ਨਾ, ਸਿੱਖ ਫਿਰ ਮੰਨ ਜਾਂਦਾ ਉਸ ਨੂੰ। ਹਾਂ, ਬੱਲੇ ਬੱਲੇ ਯਾਰ, ਕਿਆ ਗਿਆਨ ਹੈ। ਸੋ ਇਸ ਲਈ ਗਿਆਨ ਉਹੀ ਲਾਭਦਾਇਕ ਹੈ ਜਿਸ ਨੂੰ ਜ਼ਿੰਦਗੀ 'ਚ ਵਰਤਿਆ ਜਾਵੇ। 7ਵੀਂ ਵਿੱਚ ਪੜ੍ਹਦਾ, ਆਕਸੀਜਨ ਗੈਸ ਟੀਚਰ ਨੇ ਪੜ੍ਹਾਈ ਵੀ ਕਿਵੇਂ ਕੀ ਕੁਛ ਉਹਦੇ 'ਚ ਪਾਈਦਾ ਹੈ, ਫਿਰ ਕਿਵੇਂ ਉਹ ਬਣਦੀ ਹੈ, ਕਿਵੇਂ ਉਸ ਨੂੰ ਚੈੱਕ ਕਰਨਾ ਹੈ। ਲਿਖਾ ਵੀ ਸਾਰਾ ਦਿੱਤਾ। ਟੀਚਰ ਨੇ ਕਿਹਾ ਕੱਲ੍ਹ ਨੂੰ ਯਾਦ ਕਰਕੇ ਆ ਆਕਸੀਜਨ ਗੈਸ। ਚਲੋ ਜੀ, ਮੈਂ ਸ਼ਾਮ ਨੂੰ ਪੱਠੇ ਵੱਢਣ ਜਾ ਰਿਹਾ। ਇੱਕ ਬੱਚਾ ਖੇਤ ਵਿੱਚ ਬੈਠਾ ਕਰ ਰਿਹਾ, ਆਕਸੀਜਨ 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 ਆਕਸੀਜਨ। ਮੈਂ ਉਹਦੀ ਆਵਾਜ਼ ਪਹਿਚਾਨੀ, ਮੈਂ ਉਹਨੂੰ ਆਵਾਜ਼ ਮਾਰੀ ਹੋਇਆ, ਮੈਂ ਕੀ ਕਰ ਰਿਹਾ? ਕਹਿੰਦਾ ਆਕਸੀਜਨ ਗੈਸ ਯਾਦ ਕਰ ਰਿਹਾ। ਮੈਂ ਯਾਰ ਤੂੰ ਵੀ ਕਮਲਾ ਹੀ ਹੈ, ਇਹ ਤਾਂ ਨਾਮ ਹੈ, ਤੂੰ ਨਾਮ ਨੂੰ ਰੱਟੇ ਲਾਈ ਜਾਂਦਾ ਹੈਡਿੰਗ ਨੂੰ ਹੈ। ਉਹ ਜੋ ਟੀਚਰ ਨੇ ਕਿਹਾ ਲਿਖਾਇਆ ਉਹ ਯਾਦ ਕਰ, ਤੂੰ ਤਾਂ ਬਸ ਨਾਮ ਨੂੰ ਰੱਟਾ, ਉਹ ਤਾਂ ਤੈਨੂੰ ਪਤਾ ਹੀ ਹੈ ਆਕਸੀਜਨ ਗੈਸ ਹੈ। ਸੋ ਰੱਟੇ ਲਾਉਣ ਨਾਲ ਕੁਛ ਨਹੀਂ ਬਣੇਗਾ, ਜਿਵੇਂ ਕਿਹਾ ਉਵੇਂ ਹੀ ਕਰਨਾ। ਸੋ ਗੁਰੂ ਮਹਾਰਾਜ ਕਹਿੰਦੇ ਸਾਚੇ ਮੈਲ ਨਾ ਲਾ ਗਈ, ਮਨ ਨਿਰਮਲ ਹਰ ਧਿਆਏ। ਸਾਚੇ ਮੈਲ ਨਾ ਲਾ ਗਈ, ਪਰਮਾਤਮਾ ਨੂੰ ਮੈਲ ਨਹੀਂ ਲੱਗਦੀ। ਪਰਮਾਤਮਾ ਵੀ ਨਿਰਮਲ ਹੈ, ਉਹਦਾ ਨਾਮ ਵੀ ਨਿਰਮਲ ਹੈ। ਪਰਮਾਤਮਾ ਨਿਰਮਲ ਹੈ, ਉਹਦਾ ਨਾਮ ਵੀ ਨਿਰਮਲ ਹੈ। ਨਿਰਮਲ ਤੇ ਸਭ ਨਿਰਮਲ ਹੋਵੇ। ਨਿਰਮਲ ਨੇ ਹੀ ਦੂਜੇ ਨੂੰ ਨਿਰਮਲ ਕਰਨਾ। ਜਿਹੜਾ ਆਪ ਹੀ ਮੈਲਾ ਉਹਨੇ ਦੂਜੇ ਨੂੰ ਕੀ ਨਿਰਮਲ ਕਰਨਾ। ਸਾਬਣ ਮੈਲਾ ਨਹੀਂ ਹੁੰਦਾ। ਜੇ ਸਾਬਣ ਹੀ ਮੈਲਾ ਹੋ ਜਾਏ ਤਾਂ ਕੱਪੜਾ ਸਾਫ਼ ਕਿਵੇਂ ਹੋ ਕਰੇਗਾ। ਨਾਮ ਵੀ ਨਿਰਮਲ ਹੈ, ਪਰਮਾਤਮਾ ਵੀ ਨਿਰਮਲ ਹੈ। ਇਸ ਲਈ ਪਰਮਾਤਮਾ ਜਿਹੜਾ ਨਾਮ ਹੈ ਨਾ, ਇਹ ਮਨੁੱਖ ਨੂੰ ਨਿਰਮਲ ਕਰਦਾ।
ਸਾਚੇ ਮੈਲ ਨਾ ਲੱਗ ਗਈ, ਮਨ ਨਿਰਮਲ ਹਰ ਧਿਆਏ। ਫਿਰ ਜਦੋਂ ਮਨ ਨਿਰਮਲ ਹੋ ਜਾਂਦਾ ਨਾ ਬੰਦਾ, ਫਿਰ ਨਾਮ ਜਪਦਾ ਹੀ ਰਹਿੰਦਾ। ਕਹਿੰਦੇ ਨਾਮ ਜਪ, ਨਾਮ ਨਿਰਮਲ ਹੈ, ਇਹਨੇ ਤੇਰੇ ਮਨ ਨੂੰ ਨਿਰਮਲ ਕਰ ਦੇਣਾ ਹੈ। ਜਨਮਾਂ ਜਨਮਾਂਤਾਂ ਦੀ ਭਾਵੇਂ ਮੈਲ ਲੱਗੀ ਹੋਈ ਹੈ, ਨਾਮ ਜਪੀ ਜੋ, ਨਾਮ ਨੇ ਸਾਰੀ ਮੈਲ ਧੋ ਕੇ ਬਾਹਰ ਕੱਢ ਦੇਣੀ ਹੈ। ਕਈ ਵਾਰੀ ਸੰਸਾਰੀ ਮੈਲ ਕੱਪੜੇ ਨੂੰ ਲੱਗ ਜੇ ਨਾ, ਚਾਹੇ 100 ਵਾਰ ਸਾਬਣ ਨਾਲੋਂ ਕੱਪੜਾ ਪਹਿਲੀ ਹਾਲਤ 'ਚ ਨਹੀਂ ਆਉਂਦਾ। ਨਵੀਂ ਬਨੈਣ ਤੁਸੀਂ ਪਾਈ ਹੈ, ਇੱਕ ਵਾਰੀ ਮੈਲੀ ਹੋ ਗਈ ਹੈ, ਧੋਂਦੇ ਹੋ ਨਾ, ਪਰ ਨਵੀਂ ਵਰਗੀ ਨਹੀਂ ਹੁੰਦੀ, ਨਹੀਂ ਹੁੰਦੀ। ਉਹ 15-20 ਦਿਨਾਂ ਬਾਅਦ ਹੌਲੀ ਹੌਲੀ ਉਸ ਮੈਲ ਹਾਲ ਕੇ ਤੁਸੀਂ ਉਹਨੂੰ ਧੋਂਦੇ ਰਹਿੰਦੇ ਹੋ, ਫਿਰ ਵੀ ਹੌਲੀ ਹੌਲੀ ਉਹ ਮੈਲੀ ਉਹਦਾ ਰੰਗ ਬਦਲ ਜਾਂਦਾ ਹੈ। ਇਹ ਤਾਂ ਪਰਮਾਤਮਾ ਦਾ ਨਾਮ ਹੈ ਜਿਹੜਾ ਸਾਰੀ ਮਨ ਦੀ ਮੈਲ ਲਾ ਦਿੰਦਾ ਹੈ। ਜਦੋਂ ਮਨ ਦੀ ਮੈਲ ਲੈ ਗਈ, ਪਰਮਾਤਮਾ ਪ੍ਰਗਟ ਹੋ ਜਾਂਦਾ। ਬਸ ਉਹਦੀ ਕੋਈ ਸ਼ਰਤ ਹੈ ਕਿ ਮੈਂ ਤੇ ਤੇਰੇ ਅੰਦਰ ਹਾਂ। ਜਿਹੜੀ ਤੇਰੇ ਮਨ ਨੂੰ ਮੈਲ ਲੱਗੀ ਨਾ, ਉਹਨੇ ਮੈਨੂੰ ਢੱਕ ਰੱਖਿਆ। ਮੈਲ ਲਾ ਦੇ, ਮੈਂ ਸਾਹਮਣੇ ਦਿਸਣ ਲੱਗ ਜਾਵਾਂਗਾ। ਤੁਸੀਂ ਮਹੀਨਾ ਆਪਣਾ ਕਮਰਾ ਬੰਦ ਰੱਖੋ, ਜਿਹੜਾ ਤੁਹਾਡਾ ਸ਼ੀਸ਼ਾ ਹੈ ਉਸ 'ਤੇ ਮਿੱਟੀ ਪੈ ਜਾਂਦੀ, ਪਤਾ ਨਹੀਂ ਕਿੱਥੋਂ ਆ ਜਾਂਦੀ ਹੈ। ਹਾਲਾਂਕਿ ਬੰਦ ਹੈ ਸਾਰੇ ਪਏ, ਖਿੜਕੀ ਅੰਦਰ ਸਭ ਬੰਦ ਕਰਕੇ ਤੁਸੀਂ ਜਾਂਦੇ ਹੋ। ਫਿਰ ਵੀ ਮਹੀਨੇ ਬਾਅਦ ਆਓਗੇ, ਸ਼ੀਸ਼ੇ 'ਤੇ ਮੈਲ ਹੋਵੇਗੀ, ਤੁਹਾਡਾ ਮੂੰਹ ਹੀ ਨਹੀਂ ਤੁਹਾਨੂੰ ਦਿਸੇਗਾ ਉਸ 'ਚ। ਫਿਰ ਕੀ ਕਰੋਗੇ ਉਹਨੂੰ? ਕੱਪੜਿਆਂ ਸਾਫ਼ ਕਰੋਗੇ ਨਾ, ਫਿਰ ਮੂੰਹ ਦਿਸਣ ਲੱਗ ਜਾਂਦਾ। ਬਸ ਆਹੀ ਗੱਲ ਹੈ। ਮਨ ਨੂੰ ਲੱਗੀ ਪਰਮਾਤਮਾ ਮਨ ਵਿੱਚ ਹੈ, ਮਨ ਨੂੰ ਲੱਗੀ ਮੈਲ, ਇਸ ਲਈ ਪਰਮਾਤਮਾ ਦਿਸਦਾ ਨਹੀਂ। ਅਤੇ ਅਸੀਂ ਜੇ ਹੁਣ ਕੱਪੜੇ ਨਾਲ ਤਾਂ ਮੈਲ ਲੈਣੀ ਨਹੀਂ, ਵੀ ਪੂੰਝ ਦਿਓ ਜੀ, ਨਿਬੜਿਆ ਤਾਂ ਫਿਰ ਬੜੀ ਛੇਤੀ ਕੰਮ ਹੋ ਜਾਣਾ ਸੀ। ਮੈਲ ਲੱਗਣ 'ਤੇ ਵੀ ਟਾਈਮ ਲੱਗਾ ਅਤੇ ਉਹਨੂੰ ਲਾਹੁਣ 'ਤੇ ਵੀ ਟਾਈਮ ਲੱਗਣਾ। ਜਦੋਂ ਮਨ ਦੀ ਮੈਲ ਲੈ ਗਈ, ਪਰਮਾਤਮਾ ਦੇ ਆਪਣੇ ਆਪ ਹੀ ਦਰਸ਼ਨ ਹੋ ਜਾਣੇ ਹਨ। ਉਹਦੇ ਤਰਲੇ ਕੱਢਣ ਦੀ ਲੋੜ ਨਹੀਂ। ਉਹ ਕਹਿੰਦੇ ਨਾਮ ਜਪੀ ਜੋ, ਆਪਣੇ ਮਨ ਨੂੰ ਸਾਫ਼ ਕਰ ਲਓ, ਮੈਂ ਤੁਹਾਨੂੰ ਆਪੇ ਹੀ ਦਿਸ ਪਾਂਗਾ। ਤਾਂ ਕਹਿੰਦੇ ਸਾਚੇ ਮੈਲ ਨਾ ਲਾ ਗਈ, ਮਨ ਨਿਰਮਲ ਹਰ ਧਿਆਏ। ਗੁਰਮੁਖ ਸ਼ਬਦ ਪਛਾਣੀਏ, ਹਰ ਅੰਮ੍ਰਿਤ ਨਾਮ ਸਮਾਏ। ਗੁਰੂ ਦੇ ਰਾਹੀਂ ਜਦੋਂ ਨਾਮ ਦੀ ਪਹਿਚਾਣ ਆ ਜਾਏਗੀ, ਨਾਮ ਬਾਰੇ ਗਿਆਨ ਹੋ ਜਾਏਗਾ, ਫਿਰ ਮਨੁੱਖ ਇਸ ਅੰਮ੍ਰਿਤ ਪਈ ਨਾਮ ਦੇ ਨਾਲ ਹੀ ਹਰੀ 'ਚ ਸਮਾ ਜਾਂਦਾ ਹੈ। ਇਹ ਨਾਮ ਅੰਮ੍ਰਿਤ ਹੈ। ਅੰਮ੍ਰਿਤ ਨਾਮ ਦੇ ਨਾਲ ਮਨੁੱਖ ਸਮਾਂ ਪਾ ਕੇ ਹਰੀ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਗੁਰ ਗਿਆਨ ਪ੍ਰਚੰਡ ਬੁਲਾਇਆ, ਅਗਿਆਨ ਅੰਧੇਰਾ ਜਾਏ। ਪ੍ਰਚੰਡ ਹੁੰਦਾ ਤੇਜ਼, ਤੇਜ਼ ਰੋਸ਼ਨੀ। ਗੁਰੂ ਦੇ ਗਿਆਨ ਨੇ ਅੰਦਰ ਗਿਆਨ ਦੀ ਤੇਜ਼ ਰੋਸ਼ਨੀ ਕਰ ਦਿੱਤੀ ਹੈ। ਉਸ ਤੇਜ਼ ਰੋਸ਼ਨੀ ਨਾਲ ਕੀ ਹੋਇਆ? ਅਗਿਆਨ ਅੰਧੇਰਾ ਜਾਏ। ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ। ਕਿਉਂ ਜਿੱਥੇ ਗਿਆਨ ਹੋਏਗਾ ਉੱਥੇ ਅਗਿਆਨਤਾ ਆਪਣੇ ਆਪ ਹੀ ਖਤਮ ਹੋ ਜਾਏਗੀ। ਦਿਨ ਚੜ੍ਹ ਗਿਆ, ਹਨੇਰਾ ਆਪੇ ਹੀ ਖਤਮ ਹੋ ਜਾਂਦਾ। ਹਨੇਰਾ ਆਪੇ ਹੀ ਖਤਮ ਹੋ ਜਾਂਦਾ। ਦਿਨ ਹੀ ਚੜ੍ਹਨਾ। ਕਮਰੇ 'ਚ ਹਨੇਰਾ ਹੈ, ਤੁਸੀਂ ਲਾਈਟ ਜਗਾਤੀ ਹੈ, ਹਨੇਰਾ ਖਤਮ। ਚਾਨਣ ਹੁੰਦੇ ਹੀ ਹਨੇਰਾ ਖਤਮ। ਇਸ ਲਈ ਜਦੋਂ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਅਗਿਆਨਤਾ ਦਾ ਹਨੇਰਾ ਆਪਣੇ ਆਪ ਖਤਮ ਹੋ ਜਾਂਦਾ ਹੈ। ਮਨਮੁਖ ਮੈਲੇ ਮਲ ਭਰੇ, ਹਉਮੈ ਤ੍ਰਿਸ਼ਨਾ ਵਿਕਾਰ। ਮਨਮੁਖ ਮੈਲੇ ਨੇ, ਉਹ ਮੈਲ ਨਾਲ ਭਰੇ ਹੋਏ ਨੇ। ਕਾਹਦੀ ਮੈਲ ਹੈ? ਹਉਮੈ ਤ੍ਰਿਸ਼ਨਾ ਵਿਕਾਰ। ਹਉਮੈ ਅਤੇ ਤ੍ਰਿਸ਼ਨਾਵਾਂ ਦੀ ਜਿਹੜੀ ਬੁਰਾਈ ਹੈ, ਵਿਕਾਰ ਹੈ, ਉਸ ਕਾਰਨ ਉਹਨਾਂ ਦੇ ਅੰਦਰ ਮੈਲ ਲੱਗ ਗਈ। ਹਉਮੈ ਦੀ ਮੈਲ ਲੱਗ ਗਈ, ਤ੍ਰਿਸ਼ਨਾਵਾਂ ਦੀ ਮੈਲ ਲੱਗ ਗਈ। ਬਿਨ ਸ਼ਬਦੈ ਮੈਲ ਨਾ ਉਤਰੈ, ਮਰ ਜੰਮੈ ਹੋਏ ਖੁਆਰ। ਨਾਮ ਜਪੇ ਤੋਂ ਬਿਨੋਂ ਮੈਲ ਨਹੀਂ ਲੈਂਦੀ, ਅਤੇ ਜੇ ਮੈਲ ਨਹੀਂ ਲੱਥੀ ਤੇ ਮਰੀ ਜੋ, ਜੰਮੀ ਜੋ, ਮਰੀ ਜੋ, ਜੰਮੀ ਜੋ, ਖੁਆਰ ਹੋਈ ਜੋ। ਜਦੋਂ ਮੈਲ ਨਹੀਂ ਲੈਂਦੀ, ਮਨੁੱਖ ਦੁਬਾਰਾ ਜਨਮ ਲੈਂਦਾ ਹੈ, ਜੰਮਦਾ ਰਹਿੰਦਾ, ਮਰਦਾ ਰਹਿੰਦਾ, ਜੰਮਦਾ। ਜਦੋਂ ਮੈਲ ਲੈ ਗਈ, ਉਦੋਂ ਰੱਬ ਮਿਲ ਜਾਂਦਾ। ਜਦੋਂ ਰੱਬ ਮਿਲ ਜਾਂਦਾ, ਜੰਮਣ ਮਰਨ ਦਾ ਚੱਕਰ ਖਤਮ ਹੋ ਜਾਂਦਾ। ਇਹ ਤਾਂ ਸਾਡੇ ਵਰਗੇ ਉਂਝ ਹੀ ਅਰਦਾਸ ਹੈ, ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਹੋਰ ਕੁਛ ਪਤਾ ਨਹੀਂ ਕਿੰਨੇ ਜਨਮਾਂ ਦੀ ਭਜਨ ਬੰਦਗੀ ਤੋਂ ਬਾਅਦ
ਉਹਦੇ ਚਰਨਾਂ 'ਚ ਜਾ ਕੇ ਨਿਵਾਸ ਮਿਲਣਾ। ਕਈ ਕਹਿਣਗੇ ਸਾਡਾ ਪੂਜਨੀਕ ਪਿਤਾ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਕਹਿੰਦਾ ਇਕੱਠੇ ਹੋ। ਲੈ ਪਹਿਲਾਂ ਹੀ ਪਤਾ ਹੈ ਇਹਨੇ ਏਡੇ ਵੱਡੇ ਸੰਤ, ਏਡੀ ਵੱਡੀ ਦਿਵ ਦ੍ਰਿਸ਼ਟੀ ਕਿ ਪਹਿਲਾਂ ਹੀ ਪਤਾ ਹੈ ਗੁਰੂ ਚਰਨਾਂ 'ਚ ਜਾ ਬਿਰਾਜੇ। ਫਿਰ ਕਾਹਦਾ ਰੋਣਾ ਪਿੱਟਣਾ? ਫਿਰ ਤਾਂ ਖੁਸ਼ੀਆਂ ਮਨਾਓ, ਦੀਵੇ ਜਗਾਓ ਵੀ ਸਾਡਾ ਬਾਪੂ ਗੁਰੂ ਨੂੰ ਜਾ ਮਿਲਿਆ ਹੈ। ਫਾਰਮੈਲਿਟੀ ਕਾਰਡ ਜਿਹਾ ਛਾਪਿਆ ਹੁੰਦੇ ਪਹਿਲਾਂ ਹੀ। ਕੋਈ ਕਹਿੰਦਾ ਸਵਰਗ ਸੁਧਾਰ ਗਿਆ, ਸਵਰਗਾਂ ਜਾਣਾ ਕੋਈ ਖਾਲਾ ਜੀ ਦਾ ਸੁਧਾਰਨਾ ਮੈਨੇ ਜਾਣਾ। ਸਾਡੇ ਪੂਜਨੀਕ ਮਾਤਾ ਜੀ ਸਵਰਗ ਸੁਧਾਰ ਗਏ, ਹੋਰ ਕੁਛ ਸੁਧਾਰ ਗਏ। ਸਵਰਗ 'ਚ ਜਾਣਾ ਸੌਖਾ ਹੀ ਕੰਮ ਪਿਆ, ਲਿਖਣ ਨਾਲ ਥੋੜ੍ਹੇ ਸਵਰਗ ਚਲੀ ਜਾਏਗੀ। ਫਾਰਮੈਲਿਟੀਆਂ ਨੇ ਸਭ। ਅਸੀਂ ਹੁਣ ਅਰਦਾਸੀ ਕੀ ਕਰੇ? ਹੁਣ ਤਾਂ ਚੋਰ ਲਈ ਵੀ ਅਰਦਾਸ ਕਰਨੀ ਹੈ, ਡਾਕੂ ਲਈ ਵੀ ਕਰਨੀ ਹੈ, ਬਦਮਾਸ਼ ਲਈ ਵੀ ਕਰਨੀ ਹੈ, ਰਿਸ਼ਵਤ ਖੋਰ ਮਰ ਗਏ ਉਹਦੇ ਲਈ ਵੀ ਕਰਨੀ, ਹੁਣ ਤਾਂ ਕਰਨੀ ਵਿਚਾਰਿਆਂ ਨੇ। ਜੇ ਰਿਸ਼ਵਤ ਖੋਰਾਂ ਨੂੰ, ਡਾਕੂਆਂ ਨੂੰ, ਲੁਟੇਰਿਆਂ ਨੂੰ, ਬਦਮਾਸ਼ਾਂ ਨੂੰ ਅਤੇ ਬਲਾਤਕਾਰੀਆਂ ਨੂੰ ਗੁਰੂ ਦੇ ਚਰਨਾਂ 'ਚ ਨਿਵਾਸ ਮਿਲਣ ਲੱਗ ਜੇ, ਸਾਡੀ ਨਿਰੀ ਅਰਦਾਸ ਨਾ ਵਾਹ ਜੀ ਵਾਪੇ ਤਾਂ ਮੌਜਾਂ ਹੀ। ਕੋਈ ਭਜਨ ਬੰਦੀ ਕਰਨ ਦੀ ਲੋੜ ਨਹੀਂ, ਭਾਈ ਨੂੰ 100 ਰੁਪਈਆ ਦਿਓ, ਕਰਦੇ ਸੱਜਣਾ ਅਰਦਾਸ, ਇਹ ਹੋ ਗਿਆ ਗੁਰੂ ਚਰਨਾਂ 'ਚ। ਕਿਆ ਕਈ ਬਾਬਾ ਜੀ ਤੁਸੀਂ ਅਰਦਾਸ ਕਰਨੀ? ਹਾਂ ਮੈਂ ਦਿਲ ਸੋਚ ਮੇਰੀ ਅਰਦਾਸ ਨਾ ਪਹੁੰਚੇ ਹੀ ਲੈ। ਫਿਰ ਤਾਂ ਮੈਂ ਜਿਉਂਦੇ ਜੀ ਪਹੁੰਚ ਜਾਂਗਾ, ਅਰਦਾਸ ਕਰਦੇ ਲੋੜ ਹੀ ਨਹੀਂ ਹੋਰ ਜਿਉਣ ਦੀ ਅਤੇ ਭਜਨ ਬੰਦਗੀ ਕਰਨ ਦੀ। ਹਾਂ ਸੱਚੇ ਪਾਤਸ਼ਾਹ ਜਿਉਂਦੇ ਹੀ ਲੈ ਜਾ, ਬਸ ਇਹ ਉਹ ਜਾ ਰਿਹਾ ਜੈਮਲ ਸਿੰਘ। ਇੱਥੇ ਹੀ ਧੱਕੇ ਥੋੜ੍ਹਾ ਜਿਹੇ ਖਾਈ ਜਾਣੇ ਹੁੰਦੇ ਨੇ। ਉਹ ਤਾਂ ਕਰੋੜਾਂ 'ਚ ਕੋਈ ਇੱਕ ਅੱਧਾ ਹੁੰਦਾ ਜਿਹੜਾ ਪਹੁੰਚਦਾ ਸੱਚਖੰਡ। ਖੈਰ ਚਲੋ ਆਸ ਰੱਖਣੀ ਚਾਹੀਦੀ ਹੈ। ਬਿਨ ਸ਼ਬਦੈ ਮੈਲ ਨ ਉਤਰੈ, ਮਰ ਜੰਮੇ ਹੋਏ ਖੁਆਰ, ਧਾਤੁਰ ਬਾਜ਼ੀ ਪਲਚ ਰਹੇ, ਨਾ ਉਰਵਾਰ ਨਾ ਪਾਰ। ਧਾਤੁਰ ਹੁੰਦਾ ਮਾਇਆ, ਬਾਜ਼ੀ ਮਾਇਆ ਦੀ ਖੇਡ 'ਚ ਪਲਚ ਰਹੇ, ਉਲਝ ਜਾਣਾ। ਮਨੁੱਖ ਮਾਇਆ ਦੀ ਖੇਡ ਦੇ ਵਿੱਚ ਹੀ ਉਲਝਿਆ ਹੋਇਆ ਹੈ। ਨਾ ਉਰਵਾਰ ਨਾ ਪਾਰ, ਇਹਨੂੰ ਨਾ ਉਰਲਾ ਪਰਨਾ ਬੰਨਾ ਦਿਸਦਾ, ਨਾ ਪਰਲਾ ਬੰਨਾ ਦਿਸਦਾ, ਇਹ ਵਿਚਾਲੇ ਜੀ ਫਿਰੀ ਜਾਂਦਾ ਹੈ। ਗੁਰਮੁਖ ਜਪ ਤਪ ਸੰਜਮੀ, ਹਰ ਕੈ ਨਾਮ ਪਿਆਰ। ਜਿਹੜਾ ਗੁਰਮੁਖ ਹੁੰਦਾ ਉਹ ਜਪ ਕਰਦਾ ਹੈ, ਭਾਵ ਸਿਮਰਨ ਕਰਦਾ, ਤਪ ਕਰਦਾ ਹੈ, ਭਾਵ ਸੇਵਾ ਕਰਦਾ। ਸਿੱਖ ਧਰਮ 'ਚੋਂ ਉਂਝ ਤਪੱਸਿਆ ਨਹੀਂ ਹੈ ਜਿਵੇਂ ਪਹਿਲਾਂ ਕਰਿਆ ਕਰਦੇ ਸਨ। ਸਿੱਖ ਧਰਮ ਤਪ ਸੇਵਾ ਨੂੰ ਕਹਿੰਦੇ ਨੇ, ਕਿਉਂਕਿ ਸੇਵਾ ਕਰਨੀ ਵੀ ਬੜੀ ਔਖੀ ਹੈ। ਸੇਵਾ ਕਰਨੀ ਸੌਖੀ ਨਹੀਂ ਹੈ। ਦੀਵਾਨ ਲੱਗੇ ਹੋਏ ਇੱਕ ਲੜਕਾ ਰੋਟੀਆਂ ਵਰਤਾ ਰਿਹਾ। ਮੈਂ ਕਾਕਾ ਇਹ ਪ੍ਰਸ਼ਾਦਿਆਂ ਲਈ ਜ਼ਿਆਦਾ ਆ ਗਏ ਨੇ, ਤੂੰ ਦਾਲ ਵਰਤਾ ਦੇ। ਨਾ ਜੀ ਮੈਂ ਤਾਂ ਪ੍ਰਸ਼ਾਦੇ ਵਰਤਾਵਾਂ। ਮੈਂ ਕਿਉਂ? ਦਾਲ ਵਰਤਾ ਲੋੜ ਦੀ ਦਾਲ ਵਰਤਾਵਾਂ? ਨਾ ਜੀ ਮੇਰੀ ਤਾਂ ਪੈਂਟ ਮੈਲੀ ਹੋਏਗੀ, ਲਿਬੜ ਜਾਏਗੀ। ਆਪਣੀ ਮਰਜ਼ੀ ਨਾਲ ਕੀਤੀ ਹੋਈ ਸੇਵਾ ਪ੍ਰਵਾਨ ਹੀ ਨਹੀਂ ਹੁੰਦੀ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਉਹ ਹੈ ਸੇਵਾ ਜਿਹੜੇ ਗੁਰੂ ਪ੍ਰਵਾਨ ਕਰੇ। ਜੇ ਗੁਰੂ ਕੇ ਆਹ ਕੰਮ ਕਰ, ਨਾ ਗੁਰੂ ਕਹਿੰਦਾ ਮੇਰਾ ਸਿਰ ਦੁਖਦਾ ਭਾਈ ਸਿੱਖਾ ਸਿਰ ਘੁੱਟ ਦੇ, ਨਾ ਜੀ ਮੈਂ ਤਾਂ ਲੱਤਾਂ ਘੁੱਟਾਂਗਾ, ਕਿਉਂਕਿ ਚਰਨ ਘੁੱਟਣ ਦਾ ਕਹਿੰਦਾ ਜ਼ਿਆਦਾ ਫਲ ਮਿਲਦਾ। ਕਰ ਲਓ ਸੇਵਾ ਜੀ। ਉਹ ਕਹਿੰਦਾ ਮੇਰਾ ਸਿਰ ਘੁੱਟ ਦੇ, ਨਾ ਜੀ ਕਹਿੰਦਾ ਮੈਂ ਤਾਂ ਚਰਨ ਘੁੱਟਾਂਗੇ। ਸੁਣ ਲਿਆ ਹੋਣਾ ਵੀ ਚਰਨਾਂ 'ਚ ਜ਼ਿਆਦਾ ਤਾਕਤ ਹੁੰਦੀ। ਇਹ ਉਹ ਪ੍ਰਵਾਨ ਹੀ ਨਹੀਂ ਹੁੰਦੀ ਸੇਵਾ। ਜਿਹੜਾ ਗੁਰਮੁਖ ਹੈ ਉਹ ਜਪ ਕਰਦਾ, ਸਿਮਰਨ ਕਰਦਾ ਹੈ, ਤਪ ਕਰਦਾ, ਸੇਵਾ ਕਰਦਾ ਹੈ, ਸੰਜਮੀ ਹੁੰਦਾ, ਆਪਣੀਆਂ ਇੰਦਰੀਆਂ 'ਤੇ ਕੰਟਰੋਲ ਰੱਖਦਾ ਹੈ। ਤਾਂ ਜਿਹਨੇ ਇੰਦਰੀਆਂ ਤੋਂ, ਅੱਖਾਂ ਤੋਂ, ਹੱਥਾਂ ਤੋਂ, ਪੈਰਾਂ ਤੋਂ, ਨੱਕ ਤੋਂ, ਕੰਨ ਤੋਂ, ਇਸ ਤਰ੍ਹਾਂ ਜੇ ਸਾਡੀਆਂ ਇੰਦਰੀਆਂ ਨੇ, ਇਹਨਾਂ 'ਤੇ ਕੋਈ ਗਲਤ ਕੰਮ ਨਾ ਹੋ ਜਾਵੇ। ਉਹਨੂੰ ਕਹਿੰਦੇ ਸੰਜਮ ਰੱਖਣਾ, ਕੰਟਰੋਲ ਰੱਖਣਾ। ਉਹ ਸਿਮਰਨ ਕਰਦਾ, ਉਹ ਸੇਵਾ ਕਰਦਾ, ਉਹ ਆਪਣੇ ਆਪ 'ਤੇ ਕੰਟਰੋਲ ਰੱਖਦਾ। ਹਰ ਕੈ ਨਾਮ ਪਿਆਰ, ਅਤੇ ਹਰੀ ਦੇ ਨਾਮ ਰਾਹੀਂ ਰੱਬ ਨੂੰ ਪਿਆਰ ਕਰਦਾ ਹੈ। ਗੁਰਮੁਖ ਸਦਾ ਧਿਆਈਐ, ਏਕ ਨਾਮ ਕਰਤਾਰ।
ਜਿਹੜਾ ਗੁਰਮੁਖ ਹੁੰਦਾ ਉਹ ਸਦਾ ਹੀ ਪਰਮਾਤਮਾ ਦਾ ਨਾਮ ਧਿਆਉਂਦਾ ਰਹਿੰਦਾ। ਨਾਨਕ ਨਾਮ ਧਿਆਈਐ ਸਭਨਾ ਜੀਆਂ ਕਾ ਆਧਾਰ। ਉਹ ਪਰਮਾਤਮਾ ਦਾ ਨਾਮ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਆਧਾਰ ਹੈ, ਇਸ ਲਈ ਉਹ ਨਾਮ ਜਪਣਾ ਚਾਹੀਦਾ। ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ, ਕਿਉਂਕਿ ਜਿੰਦ ਦਾ ਜੀਵਾਂ ਦਾ ਆਧਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।